ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਸਾਡੇ ਵਿਅਸਤ ਜੀਵਨ ਦੇ ਵਿੱਚ ਵਿਸ਼ਰਾਮ ਦੀ ਜ਼ਰੂਰਤ, ਆਰਾਮ ਦੀ ਜ਼ਰੂਰਤ ਹੈ ਸਾਨੂੰ। ਅੱਜ ਆਦਮੀ ਦੀ ਜ਼ਿੰਦਗੀ ਇੰਨੀ ਕੁ ਬਿਜੀ ਹੋ ਚੁੱਕੀ ਆ, ਇੰਨੀ ਕੁ ਬਿਜੀ ਹੋ ਚੁੱਕੀ ਆ, ਸ਼ਾਇਦ ਅਸੀਂ ਜਿਹੜੇ ਕਈ ਥਾਵਾਂ ਤੇ ਕਹਿ ਦਿੰਦੇ ਆ ਵੀ ਮੈਂ ਬੜਾ ਬਿਜੀ ਸੀ, ਇੱਥੋਂ ਤੱਕ ਕਿ ਮੈਨੂੰ ਰੋਟੀ ਖਾਣ ਦਾ ਵੀ ਸਮਾਂ ਨਹੀਂ ਮਿਲਿਆ। ਔਰ ਸਾਨੂੰ ਉਹ ਸਮਾਂ ਅਸੀਂ ਗਵਾ ਦਿੱਤਾ ਰੋਟੀ ਖਾਣ ਦਾ, ਜਿਹੜਾ ਕਿ ਸਮਾਂ ਸਾਡਾ ਮੰਨ ਲਓ ਦੁਪਹਿਰ 1 ਵਜੇ ਦਾ ਖਾਣਾ ਖਾਣ ਦਾ ਸੀ, ਅਸੀਂ ਖਾਧੀ ਸ਼ਾਮ ਨੂੰ 3 ਵਜੇ 3:30 ਵਜੇ ਰੋਟੀ ਖਾਧੀ ਆ, ਤੇ ਅਸੀਂ ਕਿਹਾ ਉਹ 1 ਵਜੇ ਦਾ ਸਮਾਂ ਜਿਹੜਾ ਉਹ ਲੇਟ ਕਰ ਦਿੱਤਾ। ਸਾਨੂੰ ਜ਼ਰੂਰਤ ਆ ਅੱਜ ਦੇ ਸਮੇਂ ਦੇ ਵਿੱਚ, ਸਾਡੀ ਬਿਜ਼ੀ ਲਾਈਫ ਦੇ ਵਿੱਚ ਸਾਨੂੰ ਇੱਕ ਆਰਾਮ ਦੀ ਜ਼ਰੂਰਤ ਆ। ਔਰ ਪਰਮੇਸ਼ਵਰ ਜਿਹੜਾ ਉਹ ਸਾਨੂੰ ਆਰਾਮ ਦਿੰਦਾ ਵਾ, ਤੇ ਉਹ ਸਿਰਫ ਇਸ ਕਰਕੇ ਆਰਾਮ ਨਹੀਂ ਦੇ ਰਿਹਾ ਕਿ ਅਸੀਂ ਸਬਤ ਦੇ ਦਿਨ ਜਿਹੜਾ ਵਾ ਉਹ ਇਸ ਜਗ੍ਹਾ ਦੇ ਉੱਤੇ ਸਾਰੇ ਜਾਣੇ ਇਕੱਠੇ ਹੋਈਏ, ਅਸੀਂ ਸਬਤ ਦੇ ਵਿੱਚ ਪ੍ਰਵੇਸ਼ ਕਰੀਏ, ਸਿਰਫ ਇਸ ਕਰਕੇ ਵਿਸ਼ਰਾਮ ਨਹੀਂ ਦੇ ਰਿਹਾ। ਪਰਮੇਸ਼ਵਰ ਸਾਡੇ ਵਿਅਸਤ ਜੀਵਨ ਦੇ ਵਿੱਚ ਸਿਰਫ ਸਾਨੂੰ ਇਸ ਕਰਕੇ ਆਰਾਮ ਨਹੀਂ ਦੇ ਰਿਹਾ ਕਿ ਅਸੀਂ ਬਾਕੀ ਲੋਕਾਂ ਨਾਲੋਂ ਅਲੱਗ ਹੋ ਕੇ ਸਬਤ ਦੇ ਦਿਨ ਨੂੰ, ਚੌਥੀ ਆਗਿਆ ਨੂੰ ਜਿਹੜਾ ਵਾ ਉਹ ਮੰਨੀਏ। ਹੋਰ ਵੀ ਬਹੁਤ ਸਾਰੇ ਕਾਰਨ ਆ ਸਾਨੂੰ ਆਰਾਮ ਦੇਣ ਦੇ ਪਰਮੇਸ਼ਵਰ ਦੇ। ਸਾਡੇ ਮਨ ਨੂੰ ਆਰਾਮ ਦੇ ਸਕਦਾ ਵਾ, ਸਾਡੇ ਦਿਲ ਨੂੰ ਆਰਾਮ ਆ, ਸਾਡੇ ਜਿਹੜਾ ਵਾ ਦਿਮਾਗ ਨੂੰ ਜਿਹੜਾ ਵਾ ਪਰਮੇਸ਼ਵਰ ਨੇ ਸਕੂਨ ਦੇਣ ਵਾਸਤੇ ਸਾਨੂੰ ਕੀ ਆ, ਆਰਾਮ ਦੀ ਜ਼ਰੂਰਤ ਕੀਤੀ ਆ। ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਵਾ। ਇੱਕ ਵਿਵਾਹਿਤ ਜੋੜਾ ਸੀ, ਮੀਆਂ ਬੀਬੀ ਦੋਨੋਂ ਘਰ ਦੇ ਵਿੱਚ ਕੰਮ ਕਰ ਰਹੇ ਨੇ, ਔਰ ਸ਼ੁੱਕਰਵਾਰ ਦਾ ਦਿਨ ਆ, ਔਰ ਜਿਹੜੀ ਹਾਊਸ ਵਾਈਫ ਆ ਵੇਖ ਰਹੀ ਆ ਕਿ ਸਮਾਂ ਜਿਹੜਾ ਵਾ ਸੂਈ ਜਿਹੜੀ ਆ ਘੁੰਮੀ ਜਾ ਰਹੀ ਆ, ਬੜੀ ਜਲਦੀ ਨਾ ਸਮਾਂ ਗੁਜ਼ਰ ਰਿਹਾ ਵਾ, ਔਰ ਸਬਤ ਕੀ ਆ ਸ਼ੁਰੂ ਹੋਣ ਵਾਲਾ ਵਾ। ਮੇਰਾ ਜੀ ਉਹ ਵੀ ਕੰਮ ਪਿਆ ਹੈ, ਮੇਰਾ ਉਹ ਵੀ ਕੰਮ ਪਿਆ ਹੈ, ਮੇਰਾ ਕਿਚਨ ਦਾ ਕੰਮ ਪਿਆ ਹੈ, ਮੇਰੇ ਅਪਾਰਟਮੈਂਟ ਦੇ ਵਿੱਚ ਬੱਚਿਆਂ ਦੇ ਟੈਡੀ ਬੀਅਰ ਖਿਲਰੇ ਆ, ਬੜਾ ਕੁਛ ਸਮਾਨ ਜਿਹੜਾ ਉਹ ਬੱਚਿਆਂ ਨੇ ਖਿਡੌਣੇ ਵਗੈਰਾ ਖਿਲਾਰ ਰੱਖੇ ਆ, ਮੈਂ ਉਹ ਵੀ ਇਕੱਠੇ ਕਰਨੇ ਆ। ਔਰ ਉਧਰੋਂ ਜਿਹੜਾ ਉਹਦਾ ਹਸਬੈਂਡ ਆ, ਉਹ ਆਦਮੀ ਬਾਜ਼ਾਰ ਦੇ ਵਿੱਚ ਰਾਸ਼ਨ ਲੈਣ ਵਾਸਤੇ ਗਿਆ ਹੈ, ਰਾਸ਼ਨ ਦੀ ਲਾਈਨ ਬਹੁਤ ਲੰਬੀ ਆ, ਖੜਾ ਖੜਾ ਥੱਕ ਗਿਆ ਵਾ। ਉਹ ਸੋਚਦਾ ਮੈਨੂੰ ਕੀ ਇਸ ਚੀਜ਼ ਦੀ ਜ਼ਰੂਰਤ ਆ, ਮੈਂ ਕਿਤੇ ਨਾ ਕਿਤੇ ਬੈਠ ਜਾਵਾਂ, ਜਦੋਂ ਮੇਰਾ ਨੰਬਰ ਆਏਗਾ ਉਦੋਂ ਮੈਂ ਕੀ ਕਰਾਂਗਾ, ਸੌਦਾ ਲੈ ਲਾਂਗਾ, ਉਸ ਤੋਂ ਬਾਅਦ ਘਰੇ ਜਾ ਕੇ ਮੈਂ ਆਰਾਮ ਕਰਾਂਗਾ। ਅੱਜ ਭਾਵੇਂ ਕੋਈ ਵੀ ਆਦਮੀ ਆ, ਭਾਵੇਂ ਕੋਈ ਕੁਰਸੀ ਤੇ ਬੈਠ ਕੇ ਸਾਰਾ ਦਿਨ ਗੁਜ਼ਾਰਨ ਵਾਲਾ ਆਦਮੀ ਆ, ਮਤਲਬ ਸਾਡੇ ਵੱਲੋਂ ਤੇ ਆਪਾਂ ਜ਼ਿਆਦਾਤਰ ਕਹਿ ਦਿੰਦੇ ਬੜੇ ਸਕੂਨ ਦੀ ਜ਼ਿੰਦਗੀ ਆ, ਏਸੀ ਦੇ ਵਿੱਚ ਆਰਾਮ ਨਾਲ ਕੁਰਸੀ ਤੇ ਬੈਠਾ ਹੈ। ਅਸੀਂ ਸਿਰਫ ਉਹਦੇ ਸਰੀਰ ਨੂੰ ਵੇਖ ਰਹੇ ਹਾਂ ਕਿ ਬੜੇ ਆਰਾਮ ਦੇ ਨਾਲ ਕੁਰਸੀ ਦੇ ਉੱਤੇ ਬੈਠਾ ਹੈ, ਅਸੀਂ ਉਹਦੇ ਦਿਮਾਗ ਨੂੰ ਨਹੀਂ ਵੇਖਿਆ। ਜਿਹੜਾ ਬੰਦਾ ਦਿਹਾੜੀ ਕਰ ਰਿਹਾ ਉਹਨਾਂ ਨਾਲੋਂ ਜ਼ਿਆਦਾ ਉਲਝਣ ਉਹਦੇ ਦਿਮਾਗ ਨੂੰ ਆ। ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਪੈਂਤਰੇ ਚੱਲ ਰਹੇ, ਮੈਂ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਜਿਹੜੇ ਕੰਮ ਨੂੰ ਨਿਬੇੜ ਲਵਾਂ। ਉਹ ਸਰੀਰ ਦੇ ਵਿੱਚ ਆਰਾਮ ਕਰ ਰਿਹਾ ਪਰ ਦਿਮਾਗ ਦੇ ਵਿੱਚ ਆਰਾਮ ਨਹੀਂ ਆ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਜਿਹੜਾ ਦਿਮਾਗ ਦੇ ਵਿੱਚ ਵੀ ਆਰਾਮ ਨਹੀਂ ਆ, ਸਰੀਰ ਦੇ ਵਿੱਚ ਵੀ ਆਰਾਮ ਨਹੀਂ ਆ, ਔਰ ਖੇਤਾਂ ਦੇ ਵਿੱਚ ਜਾਂ ਮਿਸਤਰੀਆਂ ਦੇ ਨਾਲ ਜਿਹੜਾ ਅਲੱਗ-ਅਲੱਗ ਤਰ੍ਹਾਂ ਬੜੇ ਤਰੀਕੇ ਦੇ ਨਾਲ ਪਰੇਸ਼ਾਨ ਆ। ਔਰ ਪਰਮੇਸ਼ਵਰ ਨੇ ਆਦਮੀ ਨੂੰ ਆਰਾਮ ਦੇਣ ਦੀ ਯੋਜਨਾ ਬਣਾਈ ਸੀ, ਔਰ ਇਹ ਆਦਮੀ ਦੇ ਪਾਪੀ ਹੋਣ ਤੋਂ ਬਾਅਦ ਦੀ ਨਹੀਂ ਆ। ਜਦੋਂ ਆਦਮੀ ਨੂੰ ਪਰਮੇਸ਼ਵਰ ਨੇ ਬਣਾਇਆ ਤੇ ਤੁਰੰਤ ਹੀ ਪਰਮੇਸ਼ਵਰ ਨੇ ਆਦਮੀ ਦੇ ਲਈ ਇੱਕ ਯੋਜਨਾ ਲੈ ਕੇ ਆਇਆ ਕਿ ਇਹਨੂੰ ਆਰਾਮ ਦੀ ਜ਼ਰੂਰਤ ਹੈ, ਕੰਮ ਕਰੇਗਾ, ਥੱਕੇਗਾ। ਅਸੀਂ ਜਦੋਂ ਸਫ਼ਰ ਕਰਦੇ ਆ, ਸਫ਼ਰ ਕਰਦੇ ਕਰਦੇ ਜ਼ਿਆਦਾਤਰ ਜਦੋਂ ਅਸੀਂ ਕਿਤੇ ਪੈਦਲ ਜਾਣਾ ਹੋਵੇ, ਸਮਾਨ ਵੀ ਸਾਡੇ ਕੋਲ ਹੁੰਦਾ ਹੈ, ਸਾਨੂੰ ਕੋਈ ਸਾਧਨ ਨਾ ਮਿਲੇ, ਅਸੀਂ ਤੁਰ ਕੇ ਜਾਂਦੇ ਆ, ਥੋੜਾ ਜਿਹਾ ਅੱਗੇ ਚੱਲਦੇ ਆ, ਫਿਰ ਕਿੰਨਾ ਥੋੜਾ ਜਿਹਾ ਰੈਸਟ ਕਰ ਲਈਏ, ਥੋੜਾ ਚਿਰ ਬੈਠ ਜਾਈਏ, ਇਸ ਤੋਂ ਬਾਅਦ ਫਿਰ ਅਸੀਂ ਚੱਲਾਂਗੇ ਅੱਗੇ, ਫਿਰ ਥੋੜਾ ਚਿਰ ਬੈਠ ਜਾਈਏ, ਫਿਰ ਚੱਲਾਂਗੇ। ਮੈਨੂੰ ਯਾਦ ਹੈ, ਅਸੀਂ ਬੱਚੇ ਕਿਤੇ ਹੁੰਦੇ ਸੀ ਅਸੀਂ, ਤੇ ਸਾਡੀ ਦਾਦੀ ਜਿਹੜੀ ਆ ਉਹ ਪਿੰਡ ਜਿਹੜਾ ਸਾਡੇ ਪਿੰਡ ਤੋਂ ਚਰਚ ਦੂਰ ਹੁੰਦਾ ਸੀ, ਕੋਈ 5-7 ਕਿਲੋਮੀਟਰ ਦਾ, ਸਾਨੂੰ ਲਈ ਜਾਣਾ। ਦਾਦੀ ਜਿਹੜੀ ਆ ਉਹਨੂੰ ਤੇ ਆਦਤ ਹੋਈ ਸੀ ਚਰਚ ਜਾਣ ਦੀ। ਸਹੀ ਜਿਹੜੇ ਆ ਉਹ ਛੋਟੇ ਬੱਚੇ ਸੀ, ਸਾਡੇ ਵਾਸਤੇ ਰੁਕ ਜਾਂਦੀ ਹੁੰਦੀ ਸੀ ਥੋੜਾ ਚਿਰ, ਫਿਰ ਉਹਨੇ ਉੱਠਣਾ, ਫਿਰ ਥੋੜਾ ਜਿਹਾ ਚੱਲਣਾ, ਫਿਰ ਰੈਸਟ ਕਰ ਲੈਣਾ, ਫਿਰ ਚੱਲਣਾ, ਫਿਰ ਰੈਸਟ ਕਰਨਾ। 3-4 ਪਿੰਡ ਇੰਨੇ ਏਰੀਏ ਦੇ ਵਿੱਚ ਟਪਾ ਜਾਣਾ, ਕੱਕੜਾਂ ਤੋਂ ਕਾਵਿਆਂ ਦੇ ਵਿੱਚ, ਕਾਵੀ ਚਰਚ ਜਾਣਾ। ਉਸ ਤੋਂ ਬਾਅਦ ਚਲੋ ਪਰਮੇਸ਼ਵਰ ਨੇ ਸੁਣੀ, ਔਰ ਘਰੇ ਹੀ ਚਰਚ ਜਿਹੜਾ ਉਹ ਬਣ ਗਿਆ। ਉਹ ਜਗ੍ਹਾ ਸੀ ਮਿਸ਼ਨ ਨੂੰ ਦੇ ਦਿੱਤੀ, ਉਸ ਜਗ੍ਹਾ ਤੇ ਹੁਣ ਸੇਮ ਇਸ ਸਾਈਜ਼ ਦੀ ਬਿਲਡਿੰਗ ਹੈ, ਉੱਥੇ ਵੀ ਉਹ ਵੀ ਚਰਚ ਰਨਿੰਗ ਦੇ ਵਿੱਚ ਆ। ਉਹ ਚਰਚ ਬਹੁਤ ਵਧੀਆ ਚੱਲ ਰਿਹਾ ਵਾ। ਉੱਥੇ ਵੀ ਬਹੁਤ ਸਾਰੇ ਲੋਕ ਆਣ ਕੇ ਸਿਰਫ ਸਰੀਰਕ ਤੌਰ ਤੇ ਨਹੀਂ, ਜਾਂ ਪਰਮੇਸ਼ਵਰ ਦੀ ਆਗਿਆ ਦੇ ਦੁਆਰਾ ਉਹਦੇ ਵਚਨਾਂ ਦੇ ਵਿੱਚ ਆਰਾਮ ਨਹੀਂ,
ਬਲਕਿ ਆਪਣੇ ਦਿਮਾਗ ਦੇ ਵਿੱਚ, ਆਪਣੇ ਦਿਲ ਦੇ ਵਿੱਚ ਸਕੂਨ ਦੇ ਨਾਲ ਜਿਹੜਾ ਵਾ ਉਸ ਚਰਚ ਦੇ ਵਿੱਚ ਆਉਂਦੇ ਆ। ਹਰ ਸਬਤ ਨੂੰ ਸੈਲੀਬ੍ਰੇਟ ਕਰਦੇ ਆ, ਖੁਸ਼ੀਆਂ ਦੇ ਨਾਲ ਜਿਹੜਾ ਉਸ ਜਗ੍ਹਾ ਤੇ ਲੋਕ ਚਰਚ ਦੇ ਵਿੱਚ ਜਾਂਦੇ ਆ। ਤੇ ਪਰਮੇਸ਼ਵਰ ਨੇ ਇਹ ਆਰਾਮ ਸਾਨੂੰ ਜਦੋਂ ਤੋਂ ਇਸ ਦੁਨੀਆ ਨੂੰ ਬਣਾਇਆ ਉਸ ਸਮੇਂ ਹੀ ਸਾਨੂੰ ਇਹ ਆਰਾਮ ਪਰਮੇਸ਼ਵਰ ਨੇ ਦੇਣਾ ਸ਼ੁਰੂ ਕਰ ਦਿੱਤਾ। ਉਦੋਂ ਹੀ ਆਰਾਮ ਦੇਤਾ। ਜਿੱਦਣ ਆਦਮੀ ਨੂੰ ਬਣਾਇਆ ਉਸ ਤੋਂ ਅਗਲੇ ਦਿਨ ਇਹਦੇ ਜੀਵਨ ਦੇ ਵਿੱਚ ਇੱਕ ਆਰਾਮ ਦਿੱਤਾ। ਔਰ ਆਦਮੀ ਦੇ ਜੀਵਨ ਦੀ ਰਿਦਮ ਜਿਹੜੀ ਆ ਉਹ ਆਰਾਮ ਦੇ ਉੱਤੇ ਨਿਰਧਾਰਿਤ ਕਰ ਦਿੱਤੀ। ਅੱਜ ਤੁਸੀਂ ਡਾਕਟਰਾਂ ਦੇ ਕੋਲ ਪੁੱਛ ਲਓ, ਉਹ ਕੀ ਕਹਿਣਗੇ? ਤੁਸੀਂ 6 ਦਿਨ ਤੇ ਕੰਮ ਕਰੋ, 1 ਦਿਨ ਤੇ ਛੁੱਟੀ ਹੋਣੀ ਚਾਹੀਦੀ ਆ। 1 ਦਿਨ ਬੰਦੇ ਨੂੰ ਛੁੱਟੀ ਕਰਨੀ ਚਾਹੀਦੀ ਆ, ਬੰਦੇ ਦੀ ਉਮਰ ਜ਼ਿਆਦਾ ਲੰਬਾ ਹੋਏਗੀ। ਪਰ ਆਦਮੀ ਦੇ ਆਪਦੀਆਂ ਹੀ ਕੁਝ ਕਮੀਆਂ ਦੇ ਕਰਕੇ, ਆਪਣੀਆਂ ਹੀ ਜਲਦਬਾਜ਼ੀਆਂ ਦੇ ਕਰਕੇ ਜਿਹੜਾ ਵਾ ਉਹ ਆਰਾਮ ਜਿਹੜਾ ਵਾ ਉਹ ਨਹੀਂ ਲੈ ਪਾ ਰਿਹਾ। ਅੱਜ ਅਸੀਂ ਇਹ ਵੇਖਾਂਗੇ ਸਾਨੂੰ ਜਿਹੜੀ ਆ ਆਰਾਮ ਦੀ ਆਵਸ਼ਕਤਾ ਹੈ ਜਾਂ ਨਹੀਂ ਹੈ। ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ। ਸਾਰਿਆਂ ਤੋਂ ਪਹਿਲਾਂ ਇੱਕ ਯਾਦ ਵਚਨ ਜਿਹੜਾ ਅਸੀਂ ਪੜ੍ਹਦੇ ਹਾਂ, ਭਜਨ ਸੰਹਿਤਾ ਦੀ ਕਿਤਾਬ ਉਹਦਾ 84 ਅਧਿਆਏ ਉਹਦਾ 2 ਵਚਨ। ਜਿੰਦੇ ਕੋਲੇ ਪਰਮੇਸ਼ਵਰ ਦਾ ਵਚਨ ਆ ਉਹ ਪੜ੍ਹ ਸਕਦੇ ਆ। ਮਾਈਕ ਦੇ ਵਿੱਚ ਪੜ੍ਹਦੇ ਤਾਂ ਬਹੁਤ ਵਧੀਆ ਵਾ। भजन संहिता की किताब ਉਹਦਾ 84 अध्याय और 2 वचन। हाँ जी। मेरा प्राण यहोवा के आंगनों की अभिलाषा करते करते, मेरा जड़ा प्राण आ, मेरा जड़ा शरीर आ, मेरी रूह, मेरी आत्मा, मेरी पूरी देह परमेश्वर दे घर दे वेड़ियां दी जड़ी इच्छा करदे करदे किया मुर्शिद हो चलिया, बेहोश हो चलिया कि मैं जल्दी जल्दी करके परमेश्वर दे घर दे विच पहुंच जावां। हाँ जी, परमेश्वर दे घर दा लालच करदे करदे। हाँ जी, करते करते मुर्शिद हो चला। हाँ जी, मेरा तन मन दोनों जीवते परमेश्वर को पुकार रहे। मेरा मन और मेरा तन दोनों दे दोनों ही किनू पुकारे ने? उस जीवते परमेश्वर नू। ਜਦੋਂ ਅਸੀਂ ਮੁਸੀਬਤ ਦੇ ਵਿੱਚ ਫਸ ਜਾਂਦੇ ਉਦੋਂ ਸਾਨੂੰ ਕੀ ਯਾਦ ਆਉਂਦਾ ਵਾ? ਪਰਮੇਸ਼ਵਰ ਯਾਦ ਆਉਂਦਾ ਵਾ। ਜਦੋਂ ਅਸੀਂ ਜ਼ਿਆਦਾ ਸਾਡੇ ਤੇ ਕੰਮ ਦਾ ਬੋਝ ਆ ਜਾਂਦਾ ਹੈ ਉਦੋਂ ਸਾਨੂੰ ਪਰਮੇਸ਼ਵਰ ਯਾਦ ਆਉਂਦਾ ਵਾ। ਔਰ ਪਰਮੇਸ਼ਵਰ ਜਿਹੜਾ ਵਾ ਉਹ ਸਾਨੂੰ ਇੱਕ ਯੋਜਨਾ ਪਰਮੇਸ਼ਵਰ ਦੀ ਆ ਕਿ ਆਦਮੀ ਨੂੰ ਆਰਾਮ ਦਿੱਤਾ ਜਾਵੇ। ਪਰਮੇਸ਼ਵਰ ਨੇ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਹੀ ਆਦਮੀ ਨੂੰ ਆਰਾਮ ਦਿੱਤਾ। ਜਦੋਂ ਅਸੀਂ ਪੜ੍ਹਦੇ ਹਾਂ ਉਤਪਤੀ ਦੀ ਕਿਤਾਬ ਉਹਦਾ 2 ਅਧਿਆਏ ਉਹਦਾ 1, 2, 3 ਵਚਨ पढ़ सकते हैं कि आदमी अगर परमेश्वर के घर की अभिलाषा करते करते जो असं वेखते हैं साडे घर दे विच सुख शांति नहीं आ, साडे घर दे विच आशीष बरकत नहीं आ, साडे घर दे विच तरह तरह की जिहड़ी प्रॉब्लम आ गई आ, उदों असीं सोचते हैं कि हुण सानूं की आ जिहड़ा आराम परमेश्वर ने दिता है असीं ओह आराम लईए। जिहड़ा आराम असीं चाहुंदे आ ओह ना मिले, बल्कि जिहड़ा आराम परमेश्वर ने दिता सानूं उस आराम की जरूरत है। अज ਤੇ ਅਸੀਂ ਉਸ ਆਰਾਮ ਦੇ ਵਿੱਚ ਫਿਰ ਜਾਣਾ ਸ਼ੁਰੂ ਕਰ ਦਿੰਦੇ ਆ ਤਾਂ ਕਿ ਸਾਨੂੰ ਜਿਹੜਾ ਪਰਮੇਸ਼ਵਰ ਆਰਾਮ ਦਿੰਦਾ ਵਾ। ਆਦਮੀ ਜਿੰਨਾ ਮਰਜ਼ੀ ਜ਼ੋਰ ਲਾ ਲੇ, ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾਂ, ਮੈਨੂੰ ਆਰਾਮ ਨਹੀਂ ਮਿਲ ਸਕਦਾ, ਮੈਨੂੰ ਰੈਸਟ ਨਹੀਂ ਮਿਲ ਸਕਦਾ। ਆਦਮੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਉਹਨੂੰ ਰੈਸਟ ਨਹੀਂ ਮਿਲ ਸਕਦਾ। ਪਰ ਪਰਮੇਸ਼ਵਰ ਦੀ ਇੱਛਾ ਹੋਵੇ ਤੇ ਆਦਮੀ ਨੂੰ ਰੈਸਟ ਕੀਆ ਮਿਲ ਸਕਦਾ ਵਾ। ਅੱਜ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਲੈ ਅਸੀਂ ਤੇ ਵਿਹਲੇ ਹੀ ਆ, ਪਰ ਅਗਰ ਉਹਨਾਂ ਦੇ ਦਿਮਾਗ ਨੂੰ ਅਸੀਂ ਪੜ੍ਹੀਏ, ਉਹਨਾਂ ਦੇ ਦਿਮਾਗ ਦੇ ਬਾਰੇ ਅਸੀਂ ਗੱਲ ਕਰੀਏ, ਉਹਨਾਂ ਦੇ ਵਿਚਾਰਾਂ ਦੇ ਬਾਰੇ ਗੱਲ ਕਰੀਏ, ਭਾਵੇਂ ਉਹ ਕਿਸੇ ਵੀ ਜਗ੍ਹਾ ਤੇ ਬੈਠੇ ਹੋਣ ਜਿੱਥੋਂ ਕਿਸੇ ਹੋਰ ਜਗ੍ਹਾ ਤੇ ਹੋਰ ਕਿਸੇ ਦਾ ਟਾਰਗੇਟ ਨਹੀਂ ਹੋ ਸਕਦਾ, ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਉਲਝਣਾਂ ਚੱਲਦੀਆਂ ਨੇ ਕਿ ਮੈਂ ਉਸ ਦਾ ਗੱਲ ਨੂੰ ਕਿਸ ਤਰ੍ਹਾਂ ਹੱਲ ਕਰਾਂ, ਮੈਂ ਇਸ ਪਰੇਸ਼ਾਨੀ ਦਾ ਕਿਸ ਤਰ੍ਹਾਂ ਹੱਲ ਕਰਾਂ। ਸਰੀਰਕ ਤੌਰ ਤੇ ਵਿਹਲੇ ਆ ਪਰ ਦਿਮਾਗੀ ਤੌਰ ਤੇ ਬਿਜੀ ਆ। ਤੇ ਪਰਮੇਸ਼ਵਰ ਨੇ ਜਿਹੜਾ ਵਾ ਜਿੱਦਣ ਆਦਮ ਨੂੰ ਬਣਾਇਆ ਉਸ ਤੋਂ ਅਗਲੇ ਦਿਨ ਹੀ ਇਹਨੂੰ ਆਖਿਆ ਕਿ ਹੁਣ ਤੈਨੂੰ ਕੀ ਆ, ਸਾਰਿਆਂ ਤੋਂ ਪਹਿਲਾਂ ਆਰਾਮ ਦੀ ਜ਼ਰੂਰਤ ਹੈ। ਅਸੀਂ ਸਫ਼ਰ ਕਰਦੇ ਆ, ਜਦੋਂ ਸਫ਼ਰ ਕਰੀਦਾ ਕਿਸੇ ਜਗ੍ਹਾ ਤੇ ਜਾਈਦਾ ਵਾ, ਸਾਰਿਆਂ ਤੋਂ ਪਹਿਲਾਂ ਜਿਸ ਜਗ੍ਹਾ ਤੇ ਅਸੀਂ ਜਾਂਦੇ ਆ ਜਿਨ੍ਹਾਂ ਦੇ ਅਸੀਂ ਮਹਿਮਾਨ ਆ ਉਹ ਕੀ ਕਹਿੰਦੇ ਆ, ਪਹਿਲਾਂ ਨਾਲੋਂ ਫਿਰ ਰੈਸਟ ਕਰੋ, ਤੁਸੀਂ ਆਰਾਮ ਕਰੋ ਥੋੜੀ ਦੇਰ ਵਾਸਤੇ। ਸਾਨੂੰ ਕੀ ਆ, ਆਰਾਮ ਦੀ ਜ਼ਰੂਰਤ ਹੈ। ਸਾਡੀ ਇਸ ਬਿਜ਼ੀ ਲਾਈਫ ਦੇ ਵਿੱਚ ਸਾਨੂੰ ਆਰਾਮ ਦੀ ਜ਼ਰੂਰਤ ਹੈ। ਹਾਂਜੀ ਪੜ੍ਹਦੇ ਜੀ ਉਤਪਤੀ ਦੀ ਕਿਤਾਬ 2 ਅਧਿਆਏ 1 ਤੋਂ 3 वचन। जो आकाश और पृथ्वी और उनकी सारी सेना का बनाना समाप्त हो गया, ਜਦੋਂ ਆਕਾਸ਼ ਔਰ ਧਰਤੀ ਔਰ ਉਸ ਧਰਤੀ ਦੀ ਜੋ ਵੀ ਕੁਛ ਧਰਤੀ ਦੇ ਵਿੱਚ ਹੀ, ਧਰਤੀ ਦੀ ਸੈਨਾ ਮਤਲਬ ਪੇੜ ਪੌਦੇ, ਪਾਣੀ, ਪੰਛੀ ਜੋ ਵੀ ਪਸ਼ੂ ਆ
ਜਾਂ ਸੂਰਜ ਚੰਦ ਸਿਤਾਰੇ ਜੋ ਵੀ ਕੁਛ ਸੀ, ਜਦੋਂ ਸਾਰਿਆਂ ਨੂੰ ਪਰਮੇਸ਼ਵਰ ਨੇ ਬਣਾ ਦਿੱਤਾ, ਉਹਨਾਂ ਦਾ ਬਣਾਉਣਾ ਬੰਦ ਹੋ ਗਿਆ, ਸਮਾਪਤ ਹੋ ਗਿਆ ਉਹਨਾਂ ਦਾ ਬਣਾਉਣਾ, फिर की कीता? हाँ जी। और परमेश्वर ने अपना काम जिसे वह करता था 7वें दिन समाप्त किया। परमेश्वर जड़ा काम परमेश्वर करदा सी, उस काम तो उन्हें की कीता? आराम कीता, विश्राम कीता परमेश्वर ने। सवाल है क्या है भी अगर परमेश्वर ने आराम कीता, इसका मतलब परमेश्वर थक गया सी? हाँ जी, परमेश्वर थक गया सी। असी जो किसी जगह ते ट्रेनिंग लैन वास्ते जाने, जो कोई डॉक्टर जड़ा वा वो किसी को टीच करता वा, पढ़ाता वा, या फिर कोई इंजीनियर किसी को कुछ सिखाता है, या कोई भी जिस जगह ते असी सीखते हैं, सारिਆਂ तो पहला जड़ा आदमी सानू सिखाता है, पहला वो उस काम नू करके दिखाता। डॉक्टर जाएगा, अगर डॉक्टर सिखाने वाला है ना, बहुत सारे डॉक्टर तैयार करने, पर की करेगा? बेड के उत्ते डेड बॉडी जड़ी आ वो रख लेगा, पर छुरी कौन चलाएगा? कोई आम आदमी चलाएगा जिन्होंने नहीं पता, या फिर डॉक्टर चलाएगा जड़ा सिखा रहा वा? जड़ा सिखा रहा वा पहला वो काम करेगा। परमेश्वर ने खुद आराम किया ते फिर लोगों को सिखाया भी देखो मैं अपना काम रोकया, तुसी भी रोकना वा। बहुत सारे लोग सोचते ले शुक्रवार की शाम आ गई, हुण मैनूं काम छड्डना पैना, ਇਹ ਤਾਂ ਮੇਰੇ ਲਈ ਬੜਾ ਔਖਾ ਵਾ, ਹੁਣ ਬੜਾ ਔਖਾ ਜਿਹੜਾ ਮੈਨੂੰ ਜਿਹੜਾ ਆਪਦੇ ਬੌਸ ਨੂੰ ਬਣਾਉਣਾ ਪਏਗਾ, ਮੈਨੂੰ ਬੜਾ ਔਖਾ ਆਪਣੀ ਕੰਪਨੀ ਦੇ ਵਿੱਚ ਗੱਲ ਕਰਨੀ ਪੈਗੀ। ਲੈ ਆ ਤੇ ਗੱਲ ਔਖੀ ਹੋ ਗਈ। ਅਸੀਂ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਫਿਰ ਪਰਮੇਸ਼ਵਰ ਦਾ ਆਰਾਮ ਲੈਣ ਆਉਂਦੇ ਆ। ਅਗਰ ਅਸੀਂ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਬੜਾ ਔਖਾ ਆਣ ਕੇ ਪਰਮੇਸ਼ਵਰ ਦੇ ਕੋਲੋਂ ਆਰਾਮ ਲਵਾਂਗੇ ਤੇ ਕੀ ਸਾਨੂੰ ਆਰਾਮ ਮਿਲੇਗਾ? ਕਦੇ ਨਹੀਂ ਮਿਲੇਗਾ। अपने दिल ते पत्थर रख के असी परमेश्वर दे कोलों कदी भी आराम नहीं ले सकते। सानू जरूरत है, शुक्रवार की शाम हो गई, हुण नहीं मैनूं जरूरत काम करन दी, मैं हुण की करांगा? अगले दिन तो भी बाद काम करांगा। मैनूं नहीं जरूरत, मैनूं किदां जरूरत है काम करन दी? मैनूं जड़ा हफ्ते दे पहले दिन काम करन दी जरूरत है, इस दिन मैनूं काम करन दी जरूरत नहीं आ। परमेश्वर ने पहला खुद करके विखाया, फिर जड़ा आदमी परमेश्वर ने अपने हाथों के नाल बनाया, उन्होंने आख्या कि मैं आराम किया, हुण तू भी की कर? आराम कर। हाँ जी, पहला परमेश्वर ने विश्राम किया। हाँ जी, और उसने अपने किए हुए सारे काम से 7वें दिन विश्राम किया। हाँ जी, और परमेश्वर ने 7वें दिन को आशीष दी और पवित्र ठहराया। परमेश्वर ने उस दिन नूं आशीष दी, उस दिन नूं पवित्र किया। 7वें दिन नूं कि इस दिन आदमी जड़ा वा आराम किया, जिस दिन उस तो अगले दिन 6 दिन जड़ा वा काम करेगा, और 7वें दिन किया ये आराम करेगा। इस आराम दे विच मैनूं आशीष देवांगा। अज बहुत सारे लोग अगर असीं दिल ते पत्थर रख के आराम कर रहे हैं तो सिर्फ साडे कोल इहो ही आराम आ, दिमागी तौर ते आराम नहीं आ, शरीरिक तौर ते आराम आ साडे कोले, साडे दिल तो साडे कोले आराम नहीं आ। वो एक कहावत है ना, नीयत नूं मुरादां हुंदियां ना, जिवें दी साडी नीयत उवें दा सानूं आराम परमेश्वर दे वल्लों मिलदा। साडी नीयत है कि असीं दिल ते पत्थर रख के बड़ा जड़ा वा वड्डा दिल करके किसी दे कोलों जाके परमिशन लैंदे आ, फिर जाके असीं करदे आ बड़ा मतलब असीं दिखाउण वास्ते कि वेख मैं अज आराम कीता। बहुत सारे लोग ते प्रेयर रिक्वेस्ट करते हैं, भाजी प्रार्थना करो कि जड़ा मेरा कंपनी का मालिक क्या वो की करे, मैनू सबत की छुट्टी दे दे। मैं ते सबत नहीं आवांगा, मैं अपने काम ते जावांगा, और मेरे मालिक नू कुछ नहीं पता, वो मैनू आखे तू जा घरे चल ते सबत मना। मेरा मालिक मैनू ये गल आखे जिन्हों कुछ नहीं पता सबत के बारे। जिस फैक्ट्री च असीं काम करते हैं, जिस मॉल दे विच असीं काम कर रहे हैं, जिथे भी असीं काम कर रहे हैं, असीं ते अपना जड़ा वा चौथी आग्या नूं तोड़ांगे, पर वो मैनूं कहे तू घरे चल। हो सकता है जिन्हों कुछ नहीं पता बाइबल के बारे वो सानू छुट्टी दे सकता उस दिन की। असी किया पता सानू आ, और छुट्टी कौन लेगा?
ਅਸੀਂ ਲਵਾਂਗੇ, ਸਾਨੂੰ ਪਤਾ ਹੈ ਅੱਜ ਛੁੱਟੀ ਦਾ ਸਮਾਂ ਵਾ। ਇਹ ਅਗਰ ਸਾਡੇ ਵਿੱਚ ਕੋਲੇ ਪਰਮੇਸ਼ਵਰ ਦਾ ਵਿਸ਼ਵਾਸ ਹੈ, ਪਰਮੇਸ਼ਵਰ ਦੇ ਉੱਤੇ ਸਾਨੂੰ ਵਿਸ਼ਵਾਸ ਆ, ਤੇ ਪਰਮੇਸ਼ਵਰ ਸਾਡਾ ਕੰਮ ਤੋਂ ਸਾਨੂੰ ਕਦੇ ਵੀ ਖਾਲੀ ਜਿਹੜਾ ਵਾ ਉਹ ਨਹੀਂ ਭੇਜੇਗਾ, ਕਦੀ ਸਾਡੇ ਤੋਂ ਸਾਡਾ ਕੰਮ ਨਹੀਂ ਖੋਏਗਾ। ਅਗਰ ਸਾਡੇ ਕੋਲ ਸਾਡਾ ਕੰਮ ਲੈ ਵੀ ਲਿਆ ਜਾਵੇ ਤੇ ਪਰਮੇਸ਼ਵਰ ਉਸ ਤੋਂ ਵਧੀਆ ਕੰਮ ਜਿਹੜਾ ਵਾ ਉਹ ਸਾਨੂੰ ਦੇ ਸਕਦਾ ਵਾ। ਪਰਮੇਸ਼ਵਰ ਨੇ ਇਸ ਦਿਨ ਆਸ਼ੀਸ਼ ਦਿੱਤੀ, ਆਰਾਮ ਦੇ ਵਿੱਚ ਆਸ਼ੀਸ਼ ਦਿੱਤੀ। ਔਰ ਜੇ ਵੇਖੋ ਜਦੋਂ ਸਾਨੂੰ ਆਰਾਮ ਦੇ ਵਿੱਚ ਆਸ਼ੀਸ਼ ਮਿਲ ਜੇਗੀ, ਸਿਰਫ ਸਬਤ ਨੂੰ ਨਹੀਂ ਆ। ਬਹੁਤ ਸਾਰੇ ਲੋਕ ਜਿਹੜੇ ਆ ਰਾਤ ਨੂੰ ਦਵਾਈਆਂ ਖਾਂਦੇ ਨੇ ਕਿ ਮੈਨੂੰ ਨੀਂਦ ਨਾ ਆਵੇ, ਮੈਂ ਕੌਫੀ ਪੀ ਲਾਂ, ਥੋੜਾ ਜਿਹਾ ਸਮਾਂ ਮੈਂ ਹੋਰ ਜਾਗ ਲਵਾਂ, ਮੈਂ ਕਿਹਾ ਮੇਰਾ ਕੰਮ ਅਜੇ ਬਹੁਤ ਜ਼ਿਆਦਾ ਪਿਆ ਵਾ। ਉਹ ਦੋਨੇ ਕੰਮ ਜਿਹੜੇ ਆ ਨਹੀਂ ਹੁੰਦੇ, ਕੰਮ ਦਾ ਬੋਝ ਦਿਨੋਂ ਦਿਨ ਵੱਧਦਾ ਜਾਂਦਾ ਹੈ। ਹਾਂਜੀ ਅੱਗੇ ਪੜ੍ਹੀਏ। क्योंकि उसमें उसने दृष्टि की रचना के अपने सारे काम से विश्राम लिया। क्योंकि उस दिन किया परमेश्वर ने सृष्टि की रचना दे सारे काम तो विश्राम किया। तो परमेश्वर चाहता है कि अगर मैं इन्होंने एक एग्जाम्पल की तरह मैं इन्होंने करके विखाया, मैं काम किया, मैं अजे कि परमेश्वर ने अपने हत्थों के नाल नहीं किया, हत्थों के नाल सिर्फ आदमी नूं बनाया, बाकी हर चीज नूं आख्या कि तू की कर, रोशनी हो जाए, हो गई, पेड़ पौधे उग जान, उग गए, जीव जंतु बन जान, बन गए, वन पशु बन जान, बन गए। सिर्फ आदमी ने अपने हाथों के नाल बनाया। फिर भी परमेश्वर ने मूँह के नाल गल्लां करके जड़ा चीज़ां बना दित्तियां, फिर भी परमेश्वर ने आराम किया। हुण सानू जरूरत है आराम करन दी। पर जदों असीं एक चीज़ वेखदे हां, अज साडे कोले सब तो फास्ट जड़ा वा इंटरनेट आ। अज साडे को महंगे तो महंगा सब तो तेज चलन वाला जड़ा मोबाइल फोन आ। अज साडे को तेज चलन वाले जड़े आ वो व्हीकल आ, जिवें मोटरसाइकिल आ, कार आ, हवाई जहाज आ, रेल गड्डियां ने, होर भी बहुत सारा तेज चलन वाला साडे को। और ये दसो कि अज तो अगर 200 साल पिछे चले जाइए, जदों आदमी पैदल या बैलगाड़ी के उत्ते जांदा हुंदा सी, ਉਹ ਲੋਕ ਜ਼ਿਆਦਾ ਥੱਕੇ ਹੋਣੇ ਚਾਹੀਦੇ ਆ, ਜਾਂ ਫਿਰ ਅੱਜ ਜਿਨ੍ਹਾਂ ਦੇ ਕੋਲੇ ਤੇਜ਼ ਰਫ਼ਤਾਰ ਵਾਲੀਆਂ ਚੀਜ਼ਾਂ ਇਹ ਜ਼ਿਆਦਾ ਥੱਕੇ ਹੋਣੇ ਚਾਹੀਦੇ ਆ? ਭਾਈ ਜਦੋਂ ਥੱਕੇ ਤਾਂ ਵੜਦੇ ਉੱਥੇ ਮਿਲੋ ਜਲਦੀ ਕਰਕੇ ਬਾਤ ਪੁਰਾਣੇ ਬੰਦੇ ਨੂੰ ਵੇਖ ਲਿਆ ਜੇ, ਉਹ ਸਾਰਾ ਦਿਨ ਸਾਈਕਲ ਚਲਾਏਗਾ। ਸਾਡੇ ਬਜ਼ੁਰਗ ਜਿਹੜੇ ਆ ਹੁਣ ਵੀ ਕਈ ਤੱਕ ਬਹੁਤ ਸਾਰੇ ਆ, ਸਾਰਾ ਦਿਨ ਸਾਈਕਲ ਚਲਾਉਂਦੇ ਆ, ਨਹੀਂ ਥੱਕਦੇ। ਅਸੀਂ ਥੋੜੀ ਦੇਰ ਬਾਈਕ ਚਲਾ ਲਾਂਗੇ ਤੇ ਥੱਕ ਜਾਵਾਂਗੇ। ਕਿਉਂ? क्योंकि जोड़ा आराम परमेश्वर सानू देना चाहता सी, असी उस विश्राम तो इनकार कर दिता। सानू नहीं चाहिए आराम, असी आपे आराम ले लांगे। असी तो मैं पहले दस्या ही, अगर मेरी इच्छा हो कि मैं आराम ले लवां तो मैं कदी नहीं लै सकता। अज असी आराम लेना वा तो परमेश्वर दे कोलों कोई आदमी किसी दूसरे आदमी नूं जड़ा वा वो विश्राम नहीं दे सकता। ते अज अगर वेखीए, पुराने समय दे विच लोकी काम करते सी, सवेरे तड़के मेरे ख्याल 4 बजे ना उठ जाते सी और शाम नूं थोड़ा जल्दी सौ जाते सी, सुकून सी। एक मेरे को WhatsApp ते फोटो आई सी काफ़ी समय पहला, कच्चे घर सी, कहंदा जदों घर कच्चे सी उदों प्यार सच्चे सी। अज घर कच्चे आ, घर पक्के आ ते प्यार कच्चे आ। अज आदमी दे नाल जड़ा घर पक्के हो गया आदमी को, पर परमेश्वर दे नाल प्यार किया वो कच्चा हो गया। अज परमेश्वर दे नाल उन्ना वफादार नहीं है आदमी। जिन्ना मर्जी सोच ले मैं आ करांगा, मैं वो करांगा, पर किया जिन्ना चिर असी बच्चन नूं पढ़ांगे नहीं, बच्चन नूं समझांगे नहीं, उन्ना चिर तक असी परमेश्वर जड़ा सानू आराम देना चाहुंदा वा और उसे आराम दे विच सानू आशीष देना चाहुंदा वा, उन्ना चिर असी वो आशीष नूं, उस आराम नूं नहीं लै सकदे जिन्ना चिर असी परमेश्वर दे कोल नहीं जावांगे, जिन्ना चिर असी परमेश्वर दी इच्छा नूं किया वो पूरा नहीं करांगे। ते अज सानू जरूरत आ उस आराम नूं लैण दी, उस आराम नूं, जिस आराम दे विच परमेश्वर ने सानू आशीष दित्ती आ, जिस आराम दे विच परमेश्वर ने सानू बरकत दित्ती आ, उस आराम दे विच सानू फिर वापस जाण दी जरूरत है। ਜਦੋਂ ਅਸੀਂ ਪੜ੍ਹਦੇ ਹਾਂ ਭਜਨ ਸੰਹਿਤਾ ਦੀ ਕਿਤਾਬ, ਉਹਦਾ 4 ਅਧਿਆਏ, ਉਹਦਾ 8 ਵਚਨ, ਦਾਊਦ ਨਬੀ ਇੱਕ ਗੱਲ ਕਰਦਾ ਵਾ, ਇੱਕ ਆਰਾਮ ਦੀ ਗੱਲ ਕਰਦਾ ਵਾ। ਮੈਂ
ਬਿਲਕੁਲ ਆਂਦਾ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਚਿੰਤਾ ਦੇ ਮੈਂ ਕੀ ਕਰਾਂਗਾ, ਆਰਾਮ ਫਰਮਾਵਾਂਗਾ। ਅੱਜ ਲੋਕ ਆਰਾਮ ਫਰਮਾਉਂਦੇ ਆ, ਪਰ ਦਿਮਾਗ ਦੇ ਵਿੱਚ ਚਿੰਤਾ, ਦਿਮਾਗ ਦੇ ਵਿੱਚ ਕੰਮ ਦਾ ਲੋੜ, ਦਿਮਾਗ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੇ ਆਉਣ ਦਾ ਜਾਂ ਉਹਨਾਂ ਦੇ ਜਾਣ ਦਾ ਬੋਝ। ਪੜ੍ਹ ਲੀजिए भजन संहिता ਦੀ किताब 4 अध्याय ਉਹਦਾ 8 वचन। मैं शांति से लेट जाऊंगा, मैं शांति ਦੇ ਨਾਲ ਸੌ ਜਾਵਾਂਗਾ, ਆਰਾਮ ਦੇ ਨਾਲ। ਹਾਂਜੀ, क्योंकि है यहोवा केवल तू ही मुझको एकांत में निश्चिंत रहने देता है। ਕਹਿੰਦਾ ਕਿਉਂਕਿ ਹੈ ਯਹੋਵਾ ਤੂੰ ਹੀ ਮੈਨੂੰ ਜਿਹੜਾ ਵਾ ਉਹ ਨਿਸ਼ਚਿੰਤ ਹੋ ਕੇ ਬਿਨਾਂ ਚਿੰਤਾ ਦੇ, ਨਿਸ਼ਚਿੰਤ ਬਿਨਾਂ ਚਿੰਤਾ ਦੇ, ਮੈਨੂੰ ਬਿਨਾਂ ਟੈਨਸ਼ਨ ਦੇ ਬਿਲਕੁਲ ਮਿੱਠੀ ਨੀਂਦ ਜਿਹੜਾ ਸਵਾਉਣ ਵਾਲਾ ਤੂੰ ਆ। ਸਿਰਫ ਯਹੋਵਾ ਪਰਮੇਸ਼ਵਰ ਹੀ ਹੈ ਜੋ ਆਦਮੀ ਨੂੰ ਸਕੂਨ ਦੀ ਨੀਂਦ ਦਿੰਦਾ ਵਾ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਪਰਮੇਸ਼ਵਰ ਨੂੰ ਪਾ ਲਿਆ, ਪਰ ਜਿੰਨਾ ਚਿਰ ਸਾਡੇ ਦਿਮਾਗ ਨੂੰ ਸਕੂਨ ਨਹੀਂ ਆ, ਜਿੰਨਾ ਚਿਰ ਸਾਡੇ ਦਿਲ ਨੂੰ ਸਕੂਨ ਨਹੀਂ ਆ, ਤੇ ਕੀ ਅਸੀਂ ਪਰਮੇਸ਼ਵਰ ਨੂੰ ਪਾ ਲਿਆ? ਅਸੀਂ ਕਹਿੰਦੇ ਅਸੀਂ ਪਰਮੇਸ਼ਵਰ ਨੂੰ ਪਾ ਲਿਆ, ਪਰ ਸਭ ਤੋਂ ਜ਼ਿਆਦਾ ਬਿਜੀ ਲਾਈਫ ਸਾਡੀ ਆ। ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦਾ ਟਾਈਮ ਨਹੀਂ ਕੱਢ ਸਕਦੇ, ਅਸੀਂ ਆਪਣੇ ਬੱਚਿਆਂ ਦੇ ਵਿੱਚ ਬੈਠਣ ਦਾ ਟਾਈਮ ਨਹੀਂ ਕੱਢ ਸਕਦੇ, ਅਸੀਂ ਅਗਰ ਆਪਣੇ ਦੋਸਤਾਂ ਦੇ ਨਾਲ ਥੋੜਾ ਸਮਾਂ ਨਹੀਂ ਗੁਜ਼ਾਰ ਸਕਦੇ, ਤੇ ਫਿਰ ਕਾਹਦਾ ਅਸੀਂ ਜਿਹੜਾ ਵਾ ਉਹ ਆਰਾਮ ਕੀਤਾ? ਕਾਹਦਾ ਅਸੀਂ ਕੰਮ ਕਰ ਰਹੇ ਹਾਂ? ਕਿਹੜਾ ਕੰਮ ਜਿਹਨੇ ਸਾਨੂੰ ਸਾਡੇ ਪਰਿਵਾਰ ਤੋਂ ਅਲੱਗ ਕਰ ਦਿੱਤਾ ਤੇ ਸਾਡੇ ਜੀਵਨ ਦੇ ਵਿੱਚ ਆਰਾਮ ਹੀ ਨਹੀਂ ਬਚਿਆ? ਇਹ ਸਿਰਫ ਆਦਮੀ ਜਿਹੜਾ ਵਾ ਉਹ ਪਰਮੇਸ਼ਵਰ ਦੇ ਕੋਲੇ ਮੰਗੇ ਤੇ ਉਹਨੂੰ ਆਰਾਮ ਮਿਲੇਗਾ। ਅਗਰ ਆਦਮੀ ਕਹੇ ਕਿ ਮੈਂ ਕਿਸੇ ਹੋਰ ਜਗ੍ਹਾ ਤੇ ਕਿਸੇ ਆਦਮੀ ਤੋਂ ਜਾ ਕੇ ਜਾਂ ਮੈਂ ਕਿਸੇ ਵੀ ਜਗ੍ਹਾ ਤੇ ਜਾ ਕੇ ਆਰਾਮ ਲੈ ਲਾਂ, ਤੇ ਆਦਮੀ ਨੂੰ ਆਰਾਮ ਕਦੇ ਨਹੀਂ ਮਿਲੇਗਾ। ਅਗਰ ਆਦਮੀ ਚਾਹੁੰਦਾ ਕਿ ਮੈਂ ਮਿੱਠੀ ਨੀਂਦ ਸੋਵਾਂ, ਮੈਨੂੰ ਕੋਈ ਟੈਨਸ਼ਨ ਨਾ ਹੋਵੇ, ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ, ਤੇ ਆਰਾਮ ਦੇਣ ਵਾਲਾ ਕੌਣ ਆ? ਸਿਰਫ ਯਹੋਵਾ। ਇਹ ਵੇਖ ਲਓ, ਅੱਜ ਤੋਂ 3 ਮਹੀਨੇ ਲਗਾਤਾਰ ਅਗਰ ਰੱਬ ਨੇ ਚਾਹਿਆ ਤੇ ਅਸੀਂ ਸਿਰਫ ਵਿਸ਼ਰਾਮ ਦੇ ਬਾਰੇ ਹੀ ਸਿੱਖਾਂਗੇ ਵੀ ਵਿਸ਼ਰਾਮ ਸਾਡੇ ਜੀਵਨ ਦੇ ਵਿੱਚ ਕਿੰਨਾ ਜ਼ਰੂਰੀ ਆ, ਇਹ ਕਿਉਂ ਜ਼ਰੂਰੀ ਆ, ਪਰਮੇਸ਼ਰ ਨੇ ਕਿਉਂ ਵਿਸ਼ਰਾਮ ਬਣਾਇਆ, ਤੇ ਸਾਨੂੰ ਕੀ ਆ ਇਸ ਵਿਸ਼ਰਾਮ ਦੀ ਜ਼ਰੂਰਤ ਹੈ। ਇੱਕ ਹਿਸਾਬ ਦੇ ਅੱਜ ਅਸੀਂ ਵਿਸ਼ਰਾਮ ਦੀ ਭੂਮਿਕਾ ਹੀ ਜਿਹੜੀ ਉਹ ਪੜ੍ਹਦੇ ਕਿ ਵਿਸ਼ਰਾਮ ਹੈ ਕੀ ਚੀਜ਼। ਤੇ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਪੜ੍ਹਦੇ ਹਾਂ ਨਿਰਗਮਨ ਦੀ ਕਿਤਾਬ 23 ਅਧਿਆਏ ਔਰ ਉਹਦਾ 12 ਵਚਨ ਜਦੋਂ ਅਸੀਂ ਪੜ੍ਹਦੇ ਹਾਂ, ਤੇ ਇੱਥੇ ਸਾਨੂੰ ਪਤਾ ਲੱਗਦਾ ਹੈ ਅਗਰ ਅਸੀਂ ਖੁਦ ਆਰਾਮ ਨਹੀਂ ਕਰਦੇ, ਇਹਦਾ ਮਤਲਬ ਅਸੀਂ ਦੂਸਰਿਆਂ ਦਾ ਵਿਸ਼ਰਾਮ ਵੀ ਉਹਨਾਂ ਦੇ ਕੋਲੋਂ ਖੋਹ ਲੈਂਦੇ ਆ। ਕਿਸ ਤਰ੍ਹਾਂ? ਨਿਰਗਮਨ ਦੀ ਕਿਤਾਬ ਉਹਦਾ 23 ਅਧਿਆਏ ਉਹਦਾ 12 ਵਚਨ। ਸਾਨੂੰ ਵਿਸ਼ਰਾਮ ਦੀ ਜ਼ਰੂਰਤ ਆ, ਸਾਨੂੰ ਖੁਦ ਨੂੰ ਵੀ ਵਿਸ਼ਰਾਮ ਦੀ ਜ਼ਰੂਰਤ ਆ, ਤੇ ਸਾਨੂੰ ਚਾਹੀਦਾ ਕਿ ਅਸੀਂ ਦੂਸਰੇ ਨੂੰ ਵੀ ਜਿਹੜਾ ਆਰਾਮ ਮੈਨੂੰ ਮਿਲਿਆ ਵਾ ਉਹ ਦੂਸਰੇ ਨੂੰ ਵੀ ਮਿਲ ਜਾਵੇ। ਠੇਕੇਦਾਰਾਂ ਦੇ ਨਾਲ ਜਦੋਂ ਕੰਮ ਕਰੀਏ ਨਾ, ਤੇ ਜਿਹੜਾ ਠੇਕੇਦਾਰ ਕਹਦੇ ਹਾਂ ਵੀ ਤੁਸੀਂ ਅੱਧਾ ਘੰਟਾ ਜਿਹੜਾ ਉਹ ਜ਼ਿਆਦਾ ਆਰਾਮ ਕਰ ਲਓ, ਕੋਈ ਨਹੀਂ ਥੋੜਾ ਜਿਹਾ ਰੈਸਟ ਕਰ ਲਓ, ਗਰਮੀ ਬੜੀ ਆ, ਅਸੀਂ ਦੁਆਵਾਂ ਕਰਦੇ ਆ ਰੱਬ ਹਰ ਇੱਕ ਠੇਕੇਦਾਰ ਐਵੇਂ ਦਾ ਬਣਾਵੇ, ਇਸ ਠੇਕੇਦਾਰ ਨੂੰ ਬਹੁਤ ਆਸ਼ੀਸ਼ ਮਿਲੇ। ਕਿਉਂ? ਕਿਉਂਕਿ ਇਹਨੇ ਸਾਡੇ ਜਿਹੜਾ ਆਰਾਮ ਦਾ ਸਮਾਂ ਕੀਆ ਵਧਾ ਦਿੱਤਾ। ਸਿਰਫ ਅੱਧਾ ਘੰਟਾ ਸਾਡੇ ਆਰਾਮ ਦਾ ਸਮਾਂ ਵਧਾ ਦਿੱਤਾ ਵੀ ਦੁਪਹਿਰ ਨੂੰ ਥੋੜਾ ਰੈਸਟ ਜ਼ਿਆਦਾ ਕਰ ਲਿਆ ਜਾਵੇ। ਜਿਹੜੇ ਲੋਕ ਜਿਹੜੇ ਆ ਕਿਸੇ ਦੁਕਾਨ ਤੇ ਕੰਮ ਕਰਦੇ, ਅਗਰ ਉਹਨਾਂ ਨੂੰ ਉਹਨਾਂ ਦਾ ਮਾਲਕ ਆਖੇ ਜਾਂ ਜੋ ਵੀ ਦੁਕਾਨ ਦਾ ਮਾਲਕ ਆ ਕਹੇ ਵੀ ਤੁਸੀਂ ਥੋੜੀ ਦੇਰ ਬੈਠ ਜਾਓ, ਤੁਸੀਂ ਥੱਕ ਗਏ ਹੋਗੇ, ਤੁਸੀਂ ਆਰਾਮ ਕੀਤਾ ਹੋਣਾ ਵਾ, ਅਸੀਂ ਕਹਿੰਦੇ ਵਾਹ ਜੀ ਵਾਹ ਕਿਆ ਬਾਤਾਂ। ਅਸੀਂ ਵੀ ਇਹੋ ਸੋਚਦੇ ਆ ਵੀ ਅੱਜ ਇਹਨੂੰ ਮੱਤ ਕਿਨੇ ਦੇ ਦਿੱਤੀ, ਇਹਨੇ ਮੈਨੂੰ ਇਹ ਗੱਲ ਆਖਿਆ ਕਿ ਤੂੰ ਕੀ ਕਰ ਥੋੜਾ ਰੈਸਟ ਕਰ ਲਾ, ਥੱਕ ਗਿਆ ਹੋਏਗਾ। ਅੱਜ ਦੇ ਸਮੇਂ ਦੇ ਵਿੱਚ ਅਗਰ ਅਸੀਂ ਚਾਹੁੰਦੇ ਆ ਕਿ ਸਾਡੀ ਵਾਹ ਵਾਹ ਹੋਵੇ, ਅਗਰ ਅਸੀਂ ਚਾਹੁੰਦੇ ਆ ਕਿ ਲੋਕ ਜਿਹੜੀ ਸਾਡੀ ਤਾਰੀਫ ਕਰਨ, ਕਿਸੇ ਨੂੰ ਤੁਸੀਂ ਥੋੜੀ ਦੇਰ ਆਰਾਮ ਕਰਕੇ ਉਹਨੂੰ ਕਹਿ ਦਿਓ ਵੀ ਥੋੜੀ ਦੇਰ ਆਰਾਮ ਕਰ ਲਾ। ਮੈਨੂੰ ਅਜੇ ਵੀ ਯਾਦ ਆ, ਸਾਡੇ ਉਦੋਂ 4 ਦੀਵਾਰੀ ਨਹੀਂ ਸੀ ਹੁੰਦੀ, ਡੈਡੀ ਇੱਥੇ ਹੀ ਸੜਕ ਤੋਂ ਆਵਾਜ਼ ਮਾਰਦਾ ਹੁੰਦਾ ਸੀ ਆ ਜਾ। ਜਿਹੜਾ ਜਾਣ ਪਛਾਣ ਵਾਲੇ ਹੁੰਦੇ ਸੀ ਜਾਂ ਕੋਈ ਵੈਸੇ ਵੀ ਹੁੰਦਾ ਸੀ, ਕੋਈ ਬਜ਼ੁਰਗ ਨੇ ਲੰਘਣਾ ਤਾਂ ਉਹਨਾਂ ਨੂੰ ਰੋਕ ਲੈਣਾ ਵੀ ਆ ਜਾਓ, ਠੰਡਾ ਪਾਣੀ ਪੀਓ, ਥੋੜੀ ਦੇਰ ਆਰਾਮ ਕਰਕੇ ਤੇ ਫਿਰ ਅੱਗੇ ਜਾਓ। ਬਦਲੇ ਦੇ ਵਿੱਚ ਡੈਡੀ ਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਦੇ ਕੇ ਜਾਂਦੇ ਸੀ, ਰੱਬ ਤੈਨੂੰ ਜਿਉਂਦਾ ਰੱਖੇ, ਉਹ ਅਜੇ ਬੜਾ ਲੰਮਾ ਸਫ਼ਰ ਹੈ ਮੇਰਾ। ਕਿਸੇ ਨੂੰ ਆਰਾਮ ਦੇ ਕੇ ਵੇਖਣਾ ਹੈ ਕਿ ਅਸੀਂ ਅਗਰ ਕਿਸੇ ਨੂੰ ਆਰਾਮ ਦੇਵਾਂਗੇ ਉਹ ਸਾਨੂੰ ਕੀ ਦਿੰਦਾ ਵਾ, ਉਹਦੀ ਸਾਨੂੰ ਕੁਛ ਵੀ ਦਵੇ,
ਪੈਸਾ ਨਹੀਂ ਉਹ ਆਸ਼ੀਸ਼ ਦੇਗਾ। ਅਗਰ ਉਹ ਆਸ਼ੀਸ਼ ਨਾ ਵੀ ਦੇਵੇ ਤੇ ਇੱਕ ਸਾਨੂੰ ਆਸ਼ੀਸ਼ ਦੇਣ ਵਾਲਾ ਯਹੋਵਾ ਪਰਮੇਸ਼ਰ ਸਾਡਾ ਬਿਠਾ ਵਾ, ਅਗਰ ਅਸੀਂ ਕਿਸੇ ਦੂਸਰੇ ਨੂੰ ਆਰਾਮ ਦਿੰਨੇ ਹਾਂ ਤਾਂ। ਹਾਂਜੀ, ਪੜ੍ਹੀਏ ਕੀ ਲਿਖਿਆ ਹੈ ਨਿਰਗਮਨ ਦੀ ਕਿਤਾਬ 23 ਅਧਿਆਏ ਉਹਦਾ 12 ਵਚਨ। 6 दिन तक अपना काम काज करना, ਕਹਿੰਦਾ 6 ਦਿਨ ਤੱਕ ਤੇ ਤੂੰ ਆਪਣਾ ਕੰਮ ਕਾਜ ਕਰਨਾ ਹੈ। 6 ਦਿਨ, ਇੱਕ ਦਿਨ ਪਹਿਲੇ ਦਿਨ ਤੋਂ ਲੈ ਕੇ 6ਵੇਂ ਦਿਨ ਤੱਕ ਸਾਡੇ ਕੋਲ ਆਪਣਾ ਕੰਮ ਕਾਜ ਕਰਨ ਨੂੰ ਪੂਰਾ ਸਮਾਂ ਆ। ਜਿੰਨਾ ਮਰਜ਼ੀ ਚਾਹੇ ਅਸੀਂ ਸਮਾਂ ਲਾ ਸਕਦੇ ਹਾਂ। ਹਾਂਜੀ, और 7वें दिन विश्राम करना, ਔਰ 7ਵੇਂ ਦਿਨ ਕੀ ਕਰਨਾ? ਵਿਸ਼ਰਾਮ ਕਰਨਾ। ਹਾਂਜੀ, ताकि तेरे बैल और गदहे सुस्ताएं, ਤਾਂ ਕਿ ਤੇਰੇ ਬੈਲ ਔਰ ਤੇਰੇ ਗਧੇ ਕੀ ਕਰਨ? ਸੁਸਤਾ ਲੈਣ। ਇਸ ਗੱਲ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪਰਮੇਸ਼ਰ ਸਿਰਫ ਆਦਮੀ ਦੀ ਚਿੰਤਾ ਨਹੀਂ ਕਰਦਾ, ਪਰਮੇਸ਼ਰ ਪਸ਼ੂ ਪੰਛੀਆਂ ਦੀ ਵੀ ਚਿੰਤਾ ਕਰਦਾ ਹੈ ਕਿ ਇਹਨਾਂ ਨੂੰ ਵੀ ਸੁਸਤਾਉਣ ਦਾ ਜਿਹੜਾ ਵਾ ਉਹ ਸਮਾਂ ਦਿੱਤਾ ਜਾਵੇ। ਅਗਰ ਅਸੀਂ ਖੁਦ ਇਸ ਦਿਨ ਕੰਮ ਤੇ ਜਾਂਦੇ ਆ, ਆਪਣੇ ਬੈਲ ਪਸ਼ੂ ਨੂੰ ਕੰਮ ਤੇ ਲੈ ਕੇ ਜਾਂਦੇ ਆ, ਤੇ ਇਹਦਾ ਮਤਲਬ ਅਸੀਂ ਆਪਣਾ ਤੇ ਆਰਾਮ ਗਵਾਇਆ, ਅਸੀਂ ਦੂਸਰੇ ਦਾ ਆਰਾਮ ਵੀ ਖੋ ਲਿਆ। ਮਤਲਬ ਅਗਰ ਕਿਸੇ ਦੀ ਚੀਜ਼ ਖੋ ਲਈਏ ਤੇ ਕੌਣ ਕਿਸੇ ਦੀ ਚੀਜ਼ ਖੋਂਦਾ ਹੈ? ਜਿਹੜਾ ਡਾਕੂ ਹੁੰਦਾ ਹੈ, ਜਿਹੜਾ ਲਟੇਰਾ ਹੁੰਦਾ ਹੈ। ਡਾਕੂ ਲਟੇਰੇ ਦੂਸਰੇ ਦੀਆਂ ਚੀਜ਼ਾਂ ਖੋਹ ਲੈਂਦੇ ਨੇ। ਔਰ ਅਗਰ ਅਸੀਂ ਚਾਹੁੰਦੇ ਆ ਕਿ ਮੈਨੂੰ ਇਕੱਲੇ ਨੂੰ ਹੀ ਆਰਾਮ ਮਿਲੇ, ਦੂਜਿਆਂ ਨੂੰ ਨਾ ਮਿਲੇ, ਉਹਨਾਂ ਨੂੰ ਭੇਜੋ ਕੰਮ ਤੇ, ਮਤਲਬ ਅਸੀਂ ਉਹਨਾਂ ਦਾ ਆਰਾਮ ਖੋਇਆ ਤੇ ਅਸੀਂ ਕੌਣ ਆ? ਕਿਸੇ ਦਾ ਆਰਾਮ ਛੀਨਣ ਵਾਲੇ ਅਸੀਂ ਕੀ ਆ? ਡਾਕੂ ਆ। ਸਾਨੂੰ ਅਗਰ ਚਾਹੁੰਦੇ ਆ ਕਿ ਸਾਡੇ ਨਾਮ ਦੇ ਅੱਗੇ ਡਾਕੂ ਯੂਨਸ ਗਿੱਲ ਨਾ ਲੱਗੇ ਤੇ ਸਾਨੂੰ ਕੀ ਆ? ਖੁਦ ਵੀ ਆਰਾਮ ਕਰਨਾ ਵਾ ਤੇ ਦੂਸਰੇ ਨੂੰ ਵੀ ਆਰਾਮ ਕਰਨ ਦੇ ਵਾਸਤੇ ਅਸੀਂ ਇਨਵਾਈਟ ਕਰਨਾ ਵਾ। ਦੂਸਰੇ ਨੂੰ ਵੀ ਕਹਿਣਾ ਹੈ ਬਈ ਆਰਾਮ ਕਰੋ, ਠੰਡਾ ਪਾਣੀ ਪੀਓ। ਸਾਨੂੰ ਜ਼ਰੂਰਤ ਆ ਵਿਸ਼ਰਾਮ ਕਰਨ ਦੀ। ਪਰ ਅਗਰ ਅਸੀਂ ਪੜ੍ਹੀਏ ਮੱਤੀ ਦੀ ਕਿਤਾਬ ਤਾਂ ਇੱਥੇ ਦੱਸਿਆ ਹੈ, ਥੱਕੇ ਤੇ ਬੋਝ ਦੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਕੀ ਕਰਾਂਗਾ? ਵਿਸ਼ਰਾਮ ਦੇਵਾਂਗਾ। ਮੈਨੂੰ ਯਾਦ ਆ ਆਂਟੀ ਜੀ ਦੇ ਘਰੇ ਗਿਆ ਸੀ ਅੰਕਲ ਨੂੰ, ਮੈਂ ਕਿਹਾ ਅੰਕਲ ਜੀ ਤੁਸੀਂ ਵੀ ਆਇਆ ਕਰੋ ਚਰਚ ਦੇ ਵਿੱਚ। ਕਹਿੰਦਾ ਜਿੱਦਾਂ ਪਰਮੇਸ਼ਰ ਬੁਲਾਏਗਾ ਮੈਂ ਆ ਜਾਵਾਂਗਾ। ਮੈਂ ਕਿਹਾ ਪੜੋ ਫਿਰ ਕੀ ਲਿਖਿਆ ਵਾ? ਪਰਮੇਸ਼ਰ ਤਾਂ ਬੁਲਾ ਰਿਹਾ ਵਾ, हे ਥੱਕੇ ਤੇ ਬੋਝ ਦੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਪਰਮੇਸ਼ਰ ਆਰਾਮ ਦੇਣ ਵਾਸਤੇ ਬੁਲਾ ਰਿਹਾ ਵਾ, ਹੋਰ ਕਿਸੇ ਕੰਮ ਵਾਸਤੇ ਪਰਮੇਸ਼ਰ ਨਹੀਂ ਬੁਲਾ ਰਿਹਾ। ਅਗਰ ਸਾਨੂੰ ਅਨੰਤ ਦਾ ਜੀਵਨ ਵੀ ਮਿਲਣਾ ਵਾ, ਉੱਥੇ ਵੀ ਕੀ ਆ? ਆਰਾਮ ਹੈ। ਔਰ ਜਿਨ੍ਹਾਂ ਨੂੰ ਅਨੰਤ ਦਾ ਜੀਵਨ ਨਹੀਂ ਮਿਲੇਗਾ, ਉਹਨਾਂ ਦੀ ਜ਼ਿੰਦਗੀ 'ਚ ਜੋ ਚੀਜ਼ ਹੁਣ ਹੋ ਰਹੀ ਹੈ, ਇਸ ਤੋਂ ਵੀ ਬੁਰੀਆਂ ਚੀਜ਼ਾਂ ਹੋਣਗੀਆਂ। ਭੁੱਖ, ਧੁੱਪ, ਲੜਾਈ, ਇੱਕ ਦੂਜੇ ਨੂੰ ਮਾਰਨਾ, ਕੁੱਟਣਾ, ਰੋਣਾ, ਕਰਲਾਉਣਾ, ਜਿਹੜਾ ਕਚੀਚੀਆਂ ਲੈਣਾ, ਸਾਰਾ ਕੁਝ ਉਹਦੇ 'ਚ ਸ਼ਾਮਲ ਆ। ਔਰ ਅਨੰਤ ਦੇ ਜੀਵਨ 'ਚ ਅਜੇ ਵੀ ਕੀ ਸ਼ਾਮਲ ਆ? ਆਰਾਮ ਸ਼ਾਮਲ ਆ ਉਸ ਜਗ੍ਹਾ ਤੇ। ਅਜੇ ਵੀ ਪਰਮੇਸ਼ਵਰ ਨੇ ਜਿਸ ਆਰਾਮ ਦੇ ਵਾਸਤੇ ਸਾਨੂੰ ਬੁਲਾਇਆ ਵਾ, ਸਾਨੂੰ ਉਸ ਆਰਾਮ ਨੂੰ ਗ੍ਰਹਿਣ ਕਰਨਾ। ਅਸੀਂ ਬਹੁਤ ਵਾਰੀ ਕੀਆ ਕਚਹਿਰੀ ਦੇ ਵਿੱਚ ਜਾਂ ਈਦਿਸ਼ਾ ਕੇਂਦਰ ਤੇ ਜਾਂ ਕਿਸੇ ਜਗ੍ਹਾ ਤੇ ਜਾਈਏ ਜਿੱਥੇ ਬਹੁਤ ਜ਼ਿਆਦਾ ਭੀੜ ਹੋਵੇ, ਕਈ ਵਾਰੀ ਅਸੀਂ ਕੀ ਕਰਦੇ ਆ? ਸਾਰਾ ਦਿਨ ਉੱਥੇ ਬੈਠ ਕੇ ਆ ਜਾਂਦੇ ਆ, ਪਰ ਅਸੀਂ ਖਾਲੀ ਹੱਥ ਵਾਪਸ ਆ ਜਾਂਦੇ ਆ, ਸਾਡਾ ਕੰਮ ਨਹੀਂ ਹੁੰਦਾ ਹੈ ਨਾ। ਔਰ ਅਗਰ ਅਸੀਂ ਵਚਨਾਂ ਦੇ ਉੱਤੇ ਅਮਲ ਨਹੀਂ ਕਰਦੇ, ਸਿਰਫ ਅਸੀਂ ਵੀ ਇੱਥੇ ਖਾਲੀ ਬੈਠ ਕੇ ਘਰੇ ਚਲੇ ਜਾਵਾਂਗੇ ਔਰ ਇਸ ਜਗ੍ਹਾ ਤੋਂ ਲੈ ਕੇ ਕੁਛ ਨਹੀਂ ਜਾਵਾਂਗੇ। ਹੁਣ ਇਹ ਫੈਸਲਾ ਸਾਡਾ ਵਾ ਕਿ ਅਸੀਂ ਕੁਛ ਨਾ ਕੁਛ ਇਸ ਜਗ੍ਹਾ ਤੋਂ ਲੈ ਕੇ ਜਾਣਾ ਵਾ ਜਾਂ ਨਹੀਂ ਲੈ ਕੇ ਜਾਣਾ। ਪਰਮੇਸ਼ਵਰ ਨੇ ਜਿਹੜਾ ਖੁੱਲਾ ਸੱਦਾ ਦਿੱਤਾ ਹੈ ਵਿਸ਼ਰਾਮ ਕਰਨ ਦਾ, ਆਰਾਮ ਦੇਣ ਦਾ ਖੁੱਲਾ ਸੱਦਾ ਦਿੱਤਾ ਹੈ ਕਿ ਆਓ ਔਰ ਮੇਰੇ ਕੋਲੋਂ ਆਰਾਮ ਲੈ ਜਾਓ। ਪਰਮੇਸ਼ਵਰ ਬੁਲਾ ਰਿਹਾ ਵਾ, हे ਥੱਕੇ ਤੇ ਬੋਝ ਦੇ ਦੱਬੇ ਹੋਏ ਲੋਕੋ ਮੇਰੇ ਕੋਲ ਆਰਾਮ ਲਓ। ਔਰ ਇੱਥੇ ਕਹਿ ਰਿਹਾ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਵੀ ਸੁਸਤਾਉਣ ਦਾ ਮੌਕਾ ਦਿਓ। ਬਹੁਤ ਸਾਰੇ ਲੋਕ ਕਹਿੰਦੇ ਪੂਰੀ ਰਾਤ ਜਿਹੜੀ ਆ ਉਹ ਆਰਾਮ ਹੀ ਕੀਤਾ ਸੀ, ਔਰ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ, ਔਰ ਬਹੁਤ ਸਾਰੇ ਲੋਕ ਹੈ ਜੋ ਰਾਤ ਨੂੰ ਸੌਣਾ ਹੀ ਨਹੀਂ ਚਾਹੁੰਦੇ। ਮੈਂ ਥੋੜੀ ਜਿਹੀ ਚਾਹ ਪੀ ਲਾਂ, ਥੋੜੀ ਜਿਹੀ ਕੌਫੀ ਪੀ ਲਾਂ, ਮੈਂ ਜਿਹੜਾ ਥੋੜਾ ਜਿਹਾ ਹੋਰ ਆਪਦਾ ਕੰਮ ਕਰ ਲਵਾਂ। ਤੇ ਅੱਜ ਸਾਨੂੰ ਜ਼ਰੂਰਤ ਆ ਕੀ ਆ? ਉਸ ਵਿਸ਼ਰਾਮ ਨੂੰ ਗ੍ਰਹਿਣ ਕਰਨ ਦੀ। ਤੇ ਜਦੋਂ ਅਸੀਂ ਪੜ੍ਹਦੇ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵਿਵਸਥਾ ਵਿਵਰਣ ਦੀ ਕਿਤਾਬ 28 ਅਧਿਆਏ ਉਹਦਾ 65 ਵਚਨ, ਇੱਥੇ ਪਰਮੇਸ਼ਵਰ ਇੱਕ ਹੋਰ ਸਾਨੂੰ ਆਰਾਮ ਦਾ ਜਿਹੜਾ ਵਾ
ਬੜੇ ਵਧੀਆ ਤਰੀਕੇ ਦੇ ਨਾਲ ਬੜੇ ਸੌਖੀਆਂ ਗੱਲਾਂ ਜਿਹੜੀਆਂ ਦੱਸ ਰਿਹਾ ਕਿ ਅਸੀਂ ਕਿਸ ਤਰ੍ਹਾਂ ਹੋਰ ਜਿਹੜਾ ਵਾ ਵਧੀਆ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਕੋਲੋਂ ਆਰਾਮ ਲੈ ਸਕਦੇ ਹਾਂ। ਇਹ ਆਰਾਮ ਲੈਣਾ ਹੈ ਤੇ ਅਸੀਂ ਕੀ ਕਰੀਏ, ਪਰਮੇਸ਼ਵਰ ਸਾਨੂੰ ਦੱਸ ਸਕਦਾ ਵਾ। ਹਾਂਜੀ, ਵਿਵਸਥਾ ਵਿਵਰਣ ਦੀ ਕਿਤਾਬ 28 ਅਧਿਆਏ ਉਹਦਾ 65 ਵਚਨ ਕੀ ਹੈ, ਆਰਾਮ ਲੈਣ ਵਾਸਤੇ ਅਸੀਂ ਕੀ ਕਰਨਾ ਵਾ। ਜਿਹਨੂੰ ਮਿਲ ਗਿਆ ਜਲਦੀ ਕਰਕੇ ਪੜ੍ਹ ਦੇਣਾ ਮਾਈਕ ਦੇ ਵਿੱਚ। ਮਰਕੁਸ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾ, ਮਰਕੁਸ ਦੀ ਕਿਤਾਬ ਦੇ ਵਿੱਚ 6 ਅਧਿਆਏ ਤੋਂ 30 31 32 ਵਚਨ ਪੜ੍ਹਦੇ ਹਾਂ। ਉੱਥੇ ਦੱਸਿਆ ਜਾਂਦਾ ਬਹੁਤ ਜਦੋਂ ਦੇ ਚੇਲੇ ਸੀ ਉਹ ਇੰਨਾ ਥੱਕ ਜਾਂਦੇ ਸੀ ਕੰਮ ਕਰਕੇ ਕਿ ਕਈ ਵਾਰੀ ਉਹਨਾਂ ਨੂੰ ਰੋਟੀ ਖਾਣ ਦਾ ਸਮਾਂ ਜਿਹੜਾ ਉਹ ਨਹੀਂ ਮਿਲਦਾ ਸੀ। ਤੇ ਪ੍ਰਭੂ ਯਿਸੂ ਮਸੀਹ ਆਪਦੇ ਚੇਲਿਆਂ ਨੂੰ ਕਹਿੰਦਾ ਕਿਸੇ ਇਕੱਲੀ ਜਗ੍ਹਾ ਤੇ ਚਲੇ ਜਾਓ ਤੇ ਕੀ ਕਰੋ, ਆਰਾਮ ਕਰੋ। ਪਰਮੇਸ਼ਰ ਕੱਲੇ ਸਬਤ ਦੇ ਆਰਾਮ ਦੀ ਗੱਲ ਨਹੀਂ ਕਰਦਾ, ਪਰਮੇਸ਼ਰ ਹਰ ਰੋਜ਼ ਸਾਡੇ ਜਿਹੜੇ ਆ ਜੀਵਨ ਦੇ ਵਿੱਚ ਹਰ ਰੋਜ਼ ਜਿਹੜਾ ਨਵਾਂ ਦਿਨ ਚੜ੍ਹਦਾ ਵਾ, ਹਰ ਨਵੇਂ ਦਿਨ ਦੇ ਵਿੱਚ ਨਵੇਂ ਆਰਾਮ ਦੇ ਪਰਮੇਸ਼ਰ ਸਾਡੇ ਨਾਲ ਗੱਲ ਕਰਦਾ ਹੈ। ਔਰ ਇਹ ਉਹੀ ਆਰਾਮ ਹੈ ਜਿਹੜਾ ਅਗਰ ਅਸੀਂ ਇਸ ਜਗ੍ਹਾ ਤੇ 7ਵੇਂ ਦਿਨ ਆਣ ਕੇ ਆਰਾਮ ਲਵਾਂਗੇ, ਇਸੇ ਆਰਾਮ ਦੇ ਵਿੱਚ ਅੱਗੇ ਸਾਡੇ ਬਰਕਤ ਜਾਏਗੀ। ਅਗਰ ਅੱਗੇ ਪਿੱਛੋਂ ਆਰਾਮ ਲਵਾਂਗੇ ਉਹ ਥੋੜਾ ਥੋੜਾ ਆਰਾਮ ਮਿਲੇਗਾ, ਔਰ ਥੋੜੇ ਥੋੜੇ ਆਰਾਮ ਦੇ ਵਿੱਚ ਸਾਨੂੰ ਬਰਕਤ ਥੋੜੀ ਥੋੜੀ ਮਿਲੇਗੀ। ਔਰ ਜਦੋਂ ਅਸੀਂ ਜ਼ਿਆਦਾ ਆਰਾਮ ਮਿਲਾਂਗੇ ਤਾਂ ਜ਼ਿਆਦਾ ਆਰਾਮ ਦੇ ਵਿੱਚ ਬਰਕਤ ਜ਼ਿਆਦਾ ਮਿਲੇਗੀ। ਥੋੜੇ ਪੈਸੇ ਨੂੰ ਜ਼ਿਆਦਾ ਵਿਆਜ ਲੱਗਦਾ ਕਿ ਜ਼ਿਆਦਾ ਨੂੰ? ਸੌਖੀ ਗੱਲ ਹੈ ਸਮਝਾਉਣ ਦੇ ਤਰੀਕੇ 'ਚ। ਥੋੜੇ ਪੈਸੇ ਨੂੰ ਜ਼ਿਆਦਾ ਵਿਆਜ ਲੱਗਦਾ ਜਾਂ ਜ਼ਿਆਦਾ ਪੈਸੇ ਨੂੰ? ਜ਼ੋਰ ਤੇ ਬੋਲੋ। ਜ਼ਿਆਦਾ ਪੈਸੇ ਨੂੰ ਜ਼ਿਆਦਾ ਵਿਆਜ ਲੱਗੇਗਾ। ਔਰ ਅਗਰ ਅਸੀਂ ਪੂਰਾ ਦਿਨ ਆਰਾਮ ਕਰਾਂਗੇ ਤੇ ਸਾਨੂੰ ਬਦਲੇ 'ਚ ਕੀਆ ਜ਼ਿਆਦਾ ਆਸ਼ੀਸ਼ ਮਿਲੇਗੀ, ਇਸੇ ਆਰਾਮ ਦੀ ਆਸ਼ੀਸ਼। ਔਰ ਅਗਰ ਅਸੀਂ ਕਵਾਂਗੇ ਲੈ ਸ਼ਨੀਵਾਰ ਨੂੰ ਕੰਮ ਕਰੋ ਆਪਣਾ 7ਵੇਂ ਦਿਨ, ਅਸੀਂ ਕੀ ਹੈ ਸ਼ਾਮ ਨੂੰ ਪਾਦਰੀ ਸਾਹਿਬ ਨੂੰ ਬੁਲਾ ਲਾਂਗੇ ਜਾਂ ਦੁਪਹਿਰ ਨੂੰ ਥੋੜੀ ਦੇਰ ਵਾਸਤੇ ਹੀ ਪ੍ਰਾਰਥਨਾ ਕਰ ਲਾਂਗੇ, ਆਪ ਹੀ ਦੁਆ ਕਰ ਲਾਂਗੇ, ਉਹ ਥੋੜੇ ਥੋੜੇ ਆਰਾਮ ਨੂੰ ਕੀਆ ਥੋੜਾ ਵਿਆਜ ਲੱਗੇਗਾ, ਥੋੜੀ ਆਸ਼ੀਸ਼ ਮਿਲੇਗੀ, ਥੋੜਾ ਆਰਾਮ ਮਿਲੇਗਾ ਸਾਨੂੰ। ਲੇਕਿਨ ਜਿਹੜਾ ਸਾਡੇ ਕੋਲੇ ਮੈਂ ਇੱਕ ਅੱਗੇ ਵੀ ਦੱਸਿਆ ਸੀ ਪਰਮੇਸ਼ਰ ਦੇ ਚਿੰਨ੍ਹ ਤੇ ਉਹਦਾ ਮਹੱਤਵ, ਜਦੋਂ ਆਪਾਂ ਟੌਪਿਕ ਬਣਾਇਆ ਸੀ ਉਹਦੇ 'ਚ ਦੱਸਿਆ ਕਿ ਇਹ ਵਿਸ਼ਰਾਮ ਜਿਹੜਾ ਹੈ ਉਹ ਵਿਸ਼ਰਾਮ ਆ ਜਿਹੜਾ ਸਾਡੇ ਕੋਲੇ ਇੱਕ ਟੋਕਨ ਆ, ਇੱਕ ਟਿਕਟ ਦੀ ਤਰ੍ਹਾਂ ਵਾ। ਜਿੰਨਾ ਚਿਰ ਸਾਡੇ ਕੋਲ ਵਿਸ਼ਰਾਮ ਨਹੀਂ ਹੋਏਗਾ ਉਹਨਾਂ ਚਿਰ ਅਸੀਂ ਸਵਰਗ ਦੇ ਵਿੱਚ ਨਹੀਂ ਪ੍ਰਵੇਸ਼ ਕਰ ਸਕਦੇ। ਔਰ ਇਹ ਉਹੀ ਟਿਕਟ ਆ, ਇਹ ਉਹੀ ਟੋਕਨ ਆ ਜਿਹੜਾ ਅੱਜ ਵਿਸ਼ਰਾਮ ਦੀ ਅਸੀਂ ਗੱਲ ਕਰ ਰਹੇ ਹਾਂ। ਔਰ ਇਸ ਵਿਸ਼ਰਾਮ ਦੀ ਤੇ ਗੱਲ ਕਰਦਾ ਹੀ ਆ ਪਰਮੇਸ਼ਰ ਡੇਲੀ, ਹਰ ਰੋਜ਼ ਸਾਨੂੰ ਸਕੂਨ ਦੀ ਨੀਂਦ, ਸਕੂਨ ਸਾਨੂੰ ਹਰ ਰੋਜ਼ ਜਿਹੜਾ ਦੇਣਾ ਚਾਹੁੰਦਾ। ਜਦੋਂ ਅਸੀਂ ਆਪਣੇ ਆਫਿਸ ਤੋਂ ਘਰੇ ਜਾਈਏ ਤਾਂ ਸਾਨੂੰ ਇਹ ਟੈਨਸ਼ਨ ਨਾ ਹੋਵੇ ਅੱਜ ਮੇਰਾ ਕੱਲ ਦਾ ਵੀ ਬੜਾ ਕੰਮ ਪਿਆ ਤੇ ਮੈਂ ਅੱਜ ਜਾ ਕੇ ਫੇਰ ਇਹਦੋਂ ਵੀ ਜ਼ਿਆਦਾ ਕੰਮ ਕਰਨਾ, ਮੇਰੇ ਤਾਂ ਕੰਮ ਦਾ ਬੋਝ ਆ, 2 ਦਿਨਾਂ ਦਾ ਕੰਮ ਹੋ ਗਿਆ, ਮੇਰੇ ਤੇ 3 ਦਿਨਾਂ ਦਾ ਕੰਮ ਹੋ ਗਿਆ। ਹੁੰਦਾ ਹੈ ਨਾ, ਇਸ ਤਰ੍ਹਾਂ ਨਹੀਂ ਹੋਏਗਾ। ਹਾਂਜੀ पढ़ दीजिए। और उन जातियों में तू कभी चैन न पाएगा। कहना कि अगर ये विश्राम तो इनकार करेगा, अगर विश्राम जड़ा वा तेनू परमेश्वर तेरा यहोवा विश्राम दे रहा वा, अगर तू इस विश्राम नू नहीं लेगा ते जड़े देश दे विच जाएगा, जड़ी जाति दे विच जाएगा, जिन्हां लोकां दे विच जाएगा, तू कदे भी चैन नहीं पाएगा। क्योंकि असी परमेश्वर दे इस विश्राम नू जड़ा रेस्ट परमेश्वर ने सानू दिता वा, अगर असी इहदे तो इनकार करांगे असी किते भी रेस्ट नहीं पा सकते, सानू किते भी आराम जड़ा वा वो नहीं मिल सकता। हाँ जी। और न तेरे पांव को ठिकाना मिलेगा, तेरे पैरों नू ठिकाना नहीं मिलेगा। आज इत्थे रहोगे, कल नू उत्थे, फिर थोड़ी अगे, फिर थोड़े अगे सफर ही करते रहांगे असी। अगर असी इस आराम तो इनकार करांगे तो साडे पैरों नू ठिकाना नहीं मिलेगा भी एक थां ते टिक के बह जाइए असी। हाँ जी। क्योंकि वहाँ यहोवा ऐसा करेगा कि तेरा हृदय कांपता रहेगा। कहंदा उत्थे इहो जिहा परमेश्वर करेगा कि तेरा हृदय किया कंबदा रहेगा डर दे नाल। साडे जीवन दे विच आराम नहीं आएगा, टेंशना पई रहणगे, किते इधरों कोई विपत्ति ना आ जाए, किते इधरों कोई मुसीबत ना आ जाए, किते इधरों कोई मुसीबत जिहड़ी आ ओ ना आ जावे। कि ਇਹ ਹੋਏਗਾ ਕਦੋਂ? ਜਦੋਂ ਅਸੀਂ ਆ ਵਿਸ਼ਰਾਮ ਲੈਣ ਤੋਂ ਇਨਕਾਰ ਕਰ ਦਾਂਗੇ, ਜਦੋਂ ਅਸੀਂ ਕਹਿ ਦਾਂਗੇ ਸਾਨੂੰ ਇਹ ਆਰਾਮ ਨਹੀਂ ਚਾਹੀਦਾ। ਅਸੀਂ ਤਾਂ ਸਾਰੇ ਦਿਨਾਂ ਨੂੰ ਮੰਨਦੇ ਆ, ਸਾਨੂੰ ਕੋਈ ਇੱਕ ਦਿਨ ਦਾ ਮਤਲਬ ਨਹੀਂ ਆ। ਜਦੋਂ ਅਸੀਂ ਮਨ ਦੇ ਵਿੱਚ ਇਹ ਸੋਚਾਂਗੇ ਇਹ ਉਹੀ ਦਿਨ ਆ ਜਿਹੜੇ ਦਿਨ ਪਰਮੇਸ਼ਰ ਕੀਆ ਆਰਾਮ ਵੰਡਦਾ ਹੈ, ਜਿਹੜੇ ਦਿਨ ਪਰਮੇਸ਼ਰ ਜਿਹੜਾ ਵਾ ਉਹ ਦਿਲ ਨੂੰ ਸਕੂਨ, ਦਿਮਾਗ ਨੂੰ ਸਕੂਨ,
ਸਾਡੇ ਸਰੀਰ ਨੂੰ ਸੁੱਖ ਸ਼ਾਂਤੀ ਜਿਸ ਦਿਨ ਬਖਸ਼ਦਾ ਹੈ, ਇਹ ਉਹ ਹੀ ਦਿਨ ਆ। ਔਰ ਅਗਰ ਅਸੀਂ ਇਸ ਦਿਨ ਆਉਣ ਤੋਂ ਇਨਕਾਰ ਕਰਾਂਗੇ ਤੇ ਅਸੀਂ ਭਟਕਦੇ ਰਵਾਂਗੇ। ਜਦੋਂ ਅਸੀਂ ਪੜ੍ਹਦੇ ਹਾਂ ਉਤਪਤੀ ਦੀ ਕਿਤਾਬ, ਉਹਦਾ 4 ਅਧਿਆਏ, ਉਹਦਾ 12 ਵਚਨ, ਕੈਨ ਨੇ ਇਹ ਆਰਾਮ ਪਾਉਣ ਤੋਂ ਇਨਕਾਰ ਕੀਤਾ ਔਰ ਸਾਰੀ ਉਮਰ ਕੀਆ ਭਟਕਦਾ ਰਿਹਾ। ਸਾਰੀ ਉਮਰ ਪਰਮੇਸ਼ਵਰ ਦੀ ਇੱਛਾ ਤੇ ਨਹੀਂ ਚੱਲ ਸਕਿਆ ਉਹ, ਕਿਉਂਕਿ ਉਹਨੇ ਇਸ ਵਿਸ਼ਰਾਮ ਤੋਂ, ਇਸ ਆਰਾਮ ਤੋਂ ਇਨਕਾਰ ਕੀਤਾ। ਤੇ ਸਾਨੂੰ ਜ਼ਰੂਰਤ ਹੈ ਅੱਜ ਉਸ ਆਰਾਮ ਨੂੰ ਜਿਹੜਾ ਵਾ ਉਹ ਗ੍ਰਹਿਣ ਕਰਨ ਦੀ ਜ਼ਰੂਰਤ ਹੈ, ਜਿਹੜਾ ਆਰਾਮ ਪਰਮੇਸ਼ਵਰ ਸਾਨੂੰ ਦੇਣਾ ਚਾਹੁੰਦਾ ਵਾ। ਕੀ ਪਰਮੇਸ਼ਵਰ ਨੇ ਜਿਹੜਾ ਵਾ ਉਸ ਕੈਨ ਨੂੰ ਭਟਕਣ ਲਈ ਮਜਬੂਰ ਕੀਤਾ? ਸਵਾਲ ਹੈ ਮੇਰਾ। ਕੈਨ ਸਾਰੀ ਉਮਰ ਭਟਕਦਾ ਰਿਹਾ ਤੇ ਕੀ ਪਰਮੇਸ਼ਵਰ ਨੇ ਕੈਨ ਨੂੰ ਭਟਕਣ ਦੇ ਲਈ ਮਜਬੂਰ ਕੀਤਾ ਵੀ ਤੂੰ ਭਟਕ, ਤੈਨੂੰ ਭਟਕਣਾ ਹੀ ਪੈਣਾ ਵਾ ਭਾਵੇਂ ਕੁਛ ਮਰਜ਼ੀ ਕਰ? ਮਜਬੂਰ ਕੀਤਾ ਪਰਮੇਸ਼ਵਰ ਨੇ? ਹਾਂ ਜਾਂ ਨਾ? ਹਾਂਜੀ ਭਾਜੀ ਪढ़िए फिर। चाहे चाहे तू भूमि पर खेती करे हाँ तो भी उसकी पूरी उपज फिर तुझे ना मिले। ਕਹਿੰਦਾ ਭਾਵੇਂ ਤੂੰ ਜ਼ਮੀਨ ਦੇ ਉੱਤੇ ਖੇਤੀ ਕਰੇ, ਖੇਤੀ ਮਤਲਬ ਜੇ ਅਸੀਂ ਕੋਈ ਵੀ ਕੰਮ ਕਰੀਏ ਜਿੱਥੋਂ ਸਾਨੂੰ ਇਨਕਮ ਹੋਣੀ, ਆਮਦਨੀ ਹੋਣੀ ਆ। ਹਾਂਜੀ। और तू पृथ्वी पर भटकने वाला और भगोड़ा होगा। ਕਹਿੰਦਾ ਭਾਵੇਂ ਤੈਨੂੰ ਉਹਦੇ ਤੋਂ ਇਨਕਮ ਹੋਣੀ ਆ, ਤੂੰ ਉਹਦੇ ਚੋਂ ਖਾ ਨਹੀਂ ਪਾਏਗਾ, ਉਹ ਤੈਨੂੰ ਪੂਰੀ ਤੇਰੀ ਇਨਕਮ ਨਹੀਂ ਮਿਲੇਗੀ, ਫਿਰ ਵੀ ਤੂੰ ਧਰਤੀ ਦੇ ਉੱਤੇ ਭਗੌੜਾ ਹੋਏਗਾ, ਭੱਜਦਾ ਹੀ ਫਿਰੇਗਾ, ਕਦੀ ਇੱਧਰ ਕਦੀ ਉੱਧਰ ਕਦੀ ਇੱਧਰ। ਇਹ ਸਾਡੀ ਜ਼ਿੰਦਗੀ ਦੇ ਵਿੱਚ ਹਫੜਾ ਦਫੜੀ ਪੈ ਜਾਵੇਗੀ ਜਦੋਂ ਅਸੀਂ ਇਸ ਪਰਮੇਸ਼ਵਰ ਦੇ ਆਰਾਮ ਤੋਂ ਇਨਕਾਰ ਕਰਾਂਗੇ। ਪਰਮੇਸ਼ਵਰ ਨੇ ਕੈਨ ਨੂੰ ਮਜਬੂਰ ਨਹੀਂ ਕੀਤਾ ਕਿ ਤੂੰ ਭਟਕ, ਤੂੰ ਇੱਧਰ ਭੱਜ ਜਾ, ਤੂੰ ਉੱਧਰ ਭੱਜ ਜਾ। ਉਹਨੂੰ ਭਟਕਣ ਦੇ ਲਈ ਮਜਬੂਰ ਨਹੀਂ ਕੀਤਾ। ਕੈਨ ਦੇ ਆਪਦੇ ਫੈਸਲਿਆਂ ਨੇ ਜਿਹੜਾ ਵਾ ਉਹਨੂੰ ਭਟਕਾਇਆ। ਅਗਰ ਅੱਜ ਅਸੀਂ ਆਪਣਾ ਫੈਸਲਾ ਨਹੀਂ ਬਦਲਦੇ ਤੇ ਅੱਜ ਅਸੀਂ ਵੀ ਭਟਕਦੇ ਰਵਾਂਗੇ। ਅਗਰ ਅੱਜ ਅਸੀਂ ਵੀ ਇਹ ਆਪਣਾ ਫੈਸਲਾ ਲੈ ਲਵਾਂਗੇ ਕਿ ਅਸੀਂ ਇਸ ਪਰਮੇਸ਼ਵਰ ਦੇ ਵਿਸ਼ਰਾਮ ਦੇ ਵਿੱਚ ਪ੍ਰਵੇਸ਼ ਕਰਾਂਗੇ, ਅਸੀਂ ਪਰਮੇਸ਼ਵਰ ਦੇ ਨਾਲ, ਪਰਮੇਸ਼ਵਰ ਦੀ ਖੁਸ਼ੀ ਦੇ ਵਿੱਚ ਅਸੀਂ ਖੁਸ਼ੀ ਜਿਹੜੀ ਆ ਉਹ ਮਨਾਵਾਂਗੇ। ਅਸੀਂ ਇਸ ਦਿਨ ਨੂੰ ਬੜੇ ਤਿਉਹਾਰ ਦੀ ਤਰ੍ਹਾਂ ਅਸੀਂ ਇਸ ਦਿਨ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਪਰਮੇਸ਼ਵਰ ਕੀ ਆ ਸਾਨੂੰ ਜਿਹੜਾ ਵਾ ਉਹ ਬਿਲਕੁਲ ਸ਼ਾਂਤੀ ਦੇ ਨਾਲ, ਬਿਲਕੁਲ ਆਰਾਮ ਦੇ ਨਾਲ ਸਾਨੂੰ ਇਸ ਜਗ੍ਹਾ ਦੇ ਉੱਤੇ ਰੱਖੇਗਾ। ਔਰ ਇਹਨਾਂ ਹੀ ਆਗਿਆਵਾਂ ਦੇ ਬਾਰੇ ਵਿਵਸਥਾ ਵਿਵਰਣ 28 ਦੇ ਸਾਰੇ ਜਾ ਕੇ ਪੜ੍ਹ ਸਕਦੇ ਹਾਂ ਅਸੀਂ ਘਰੇ। ਪਰਮੇਸ਼ਵਰ ਜਿਹੜਾ ਵਾ ਉਹ ਕੀ ਕਹਿੰਦਾ ਵਾ, ਔਰ ਪੂਰੇ ਅੱਜ ਦੇ ਜਿਹੜਾ ਅਸੀਂ ਸਿੱਖਿਆ, ਅੱਜ ਦਾ ਜੋ ਵੀ ਟੌਪਿਕ ਸਿੱਖਿਆ, ਇਹਦੇ ਤੋਂ ਕੀ ਸਿੱਖਿਆ ਮਿਲਦੀ ਆ? ਕੋਈ ਦੱਸ ਸਕਦਾ? ਕੋਈ ਇੱਕ ਜੋ ਵੀ ਅਸੀਂ ਸਿੱਖਿਆ ਇਹਦੇ ਤੋਂ ਕੀ ਸਿੱਖਿਆ ਮਿਲਦੀ ਆ ਸਾਨੂੰ? ਹਾਂਜੀ ਮਾਈਕ ਦੇ ਵਿੱਚ ਸਾਨੂੰ ਪਰਮੇਸ਼ਵਰ ਦੇ ਸਰਨਾਂ ਦੇ ਲਿਖਿਆ ਵਿੱਚ ਸਾਨੂੰ ਵਿਸ਼ਰਾਮ ਕਰਨਾ ਚਾਹੀਦਾ ਹੈ। ਸਾਨੂੰ ਵਿਸ਼ਰਾਮ ਕਰਨਾ ਚਾਹੀਦਾ ਹੈ। ਹਾਂਜੀ ਪਰਮੇਸ਼ਵਰ ਨੂੰ ਪਹਿਲ ਦੇਣੀ ਚਾਹੀਦੀ ਆਪਣੇ ਕੰਮਾਂ ਨੂੰ। ਪਰਮੇਸ਼ਵਰ ਨੂੰ ਪਹਿਲ ਦੇਣੀ ਚਾਹੀਦੀ ਹੈ। ਅਸੀਂ ਬਾਈਬਲ ਦੇ ਵਿੱਚ ਕਨਕਲੂਜਨ ਵਰਸ ਜਿਹੜੀ ਆ ਉਹ ਪੜ੍ਹਦੇ ਆ, ਇਬਰਾਨੀਆਂ ਦੀ ਕਿਤਾਬ 4 ਅਧਿਆਏ ਉਹਦਾ 4 ਵਚਨ। ਇਸ ਪੂਰੇ ਜਿਹੜਾ ਕਨਸੈਪਟ, ਜਿਹੜਾ ਪੂਰਾ ਅਸੀਂ ਟੌਪਿਕ ਸਿੱਖਿਆ ਹੈ, ਇਹਦੇ ਚੋਂ ਸਾਨੂੰ ਕੀ ਸਿੱਖਿਆ ਮਿਲਦੀ ਆ? ਮੋਰਲ ਕੀ ਹੈ ਇਸ ਚੀਜ਼ ਦਾ? ਪਰਮੇਸ਼ਵਰ ਸਾਨੂੰ ਕੀ ਕਹਿਣਾ ਚਾਹੁੰਦਾ ਵਾ? ਅੱਜ ਦੇ ਜਿਹੜਾ ਕੋਈ ਅੱਧਾ ਪੌਣਾ ਘੰਟਾ ਜਿੰਨਾ ਚਿਰ ਦਾ ਵੀ ਸਾਡਾ ਅੱਜ ਦਾ ਸਰਮਨ ਰਿਹਾ, ਡਿਵਾਈਨ ਸਰਵਿਸ ਪ੍ਰਚਾਰ ਜਿੰਨਾ ਚਿਰ ਦਾ ਸਾਡੇ ਰਿਹਾ, ਔਰ ਇਹਨਾਂ ਮੋਰਲ ਕੀ ਨਿਕਲਦਾ ਵਾ? ਪਰਮੇਸ਼ਵਰ ਸਾਨੂੰ ਕੀ ਕਹਿਣਾ ਚਾਹੁੰਦਾ ਵਾ ਇਸ ਦੇ ਬਾਰੇ? इब्रानियों की किताब उनका 4 अध्याय उनका 4 वचन। क्योंकि 7वें दिन विषय में उसने की कहीं योग कहा है। कहंदा क्योंकि 7वें दिन दे बारे दे विच ओने किते एवें आख्या, ओने किने परमेश्वर ने किते ए आख्या वा। हां जी, परमेश्वर ने 7वें दिन अपने सब कामों को निपटा करके विश्राम किया। कहंदा कि परमेश्वर ने 7वें दिन अपना सारा काम निपटा के ते विश्राम कीता। और इस जगह फिर यह कहता है, और कहंदा किस किते
ਇਹ ਲਿਖਿਆ ਕਿ ਉਹਨੇ 7ਵੇਂ ਦਿਨ ਆਪਣੇ ਸਾਰੇ ਕੰਮ ਤੋਂ ਵਿਸ਼ਰਾਮ ਕੀਤਾ। ਤੇ ਅੱਜ ਇਸ ਜਗ੍ਹਾ ਫਿਰ ਇਹੋ ਹੀ ਕਹਿੰਦਾ ਵਾ, वे मेरे विश्राम में प्रवेश न करने पाएंगे। ਉਹ ਮੇਰੇ ਵਿਸ਼ਰਾਮ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਣਗੇ। ਜਿਹੜੇ ਲੋਕ ਪਰਮੇਸ਼ਰ ਦੇ ਵਿਸ਼ਰਾਮ ਤੋਂ ਇਨਕਾਰ ਕਰਦੇ ਆ ਔਰ ਉਹਨਾਂ ਨੂੰ ਭਟਕਦੇ ਰਹਿਣਾ ਪਸੰਦ ਆ, ਔਰ ਉਹ ਇਸ ਆਰਾਮ ਦੇ ਦਿਨ ਦੇ ਵਿੱਚ ਪਰਮੇਸ਼ਰ ਦੀ ਖੁਸ਼ੀ ਦੇ ਵਿੱਚ ਸ਼ਾਮਲ ਨਹੀਂ ਹੁੰਦਾ, ਤੇ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਉਹ ਮੇਰੇ ਵਿਸ਼ਰਾਮ ਦੇ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰ ਸਕਦੇ। ਮੈਂ ਵਰਨੀ ਨਹੀਂ ਦੇਣਾ ਉਹਨਾਂ ਨੂੰ। ਉਹ ਅੱਜ ਦੁਨੀਆਦਾਰੀ ਦੇ ਉੱਤੇ 7ਵੇਂ ਦਿਨ ਦੀ ਗੱਲ ਨਹੀਂ ਕਰ ਰਿਹਾ, ਉਹ ਅਨੰਤ ਜੀਵਨ ਦੇ ਵਿਸ਼ਰਾਮ ਦੀ ਗੱਲ ਕਰ ਰਿਹਾ ਵਾ ਕਿ ਉਸ ਵਿਸ਼ਰਾਮ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਣਗੇ। ਅੱਜ ਫੇਰ ਕਹਿੰਦਾ ਹੈ ਅੱਜ ਦੇ ਸਮੇਂ ਦੇ ਵਿੱਚ, ਕਹਿੰਦਾ ਪਹਿਲਾਂ ਕਿਤੇ ਇਹ ਗੱਲ ਆਖੀ ਆ ਤੇ ਪਰਮੇਸ਼ਰ ਅੱਜ ਫੇਰ ਕਹਿ ਰਿਹਾ ਵਾ ਕਿ ਉਹ ਕੀ ਆ, ਮੇਰੇ ਵਿਸ਼ਰਾਮ ਦੇ ਵਿੱਚ। ਮੇਰਾ ਮਤਲਬ ਯਹੋਵਾ ਪਰਮੇਸ਼ਵਰ ਦੇ ਵਿਸ਼ਰਾਮ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਅੱਜ ਦੀ ਸਿੱਖਿਆ ਵਾ। ਅਗਰ ਅਸੀਂ ਪਰਮੇਸ਼ਵਰ ਦੇ ਇਸ ਆਰਾਮ ਦਿਨ ਤੋਂ ਇਨਕਾਰ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਉਸ ਆਰਾਮ ਦੇ ਤੋਂ ਵੀ ਹੱਥ ਧੋ ਬੈਠਾਂਗੇ। ਤੇ ਸਾਨੂੰ ਜ਼ਰੂਰਤ ਹੈ ਅੱਜ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਨੁਸਾਰ ਚਲਾਉਣ ਦੀ। ਔਰ ਜਦੋਂ ਅਸੀਂ ਵੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਤੇਜ਼ ਹੋ ਗਈ ਆ, ਫਿਰ ਵੀ ਲੋਕਾਂ ਨੂੰ ਬੜੀ ਜਲਦੀ ਮੱਚੀ ਹੋਈ ਆ। ਅਗਰ ਕੋਈ ਬਾਈਕ ਤੇ ਆ ਉਹਨੂੰ ਵੀ ਜਲਦੀ ਆ ਵੀ ਮੈਂ ਜਲਦੀ ਲੰਘ ਤੋਂ ਵੀ ਅੱਗੇ ਲੰਘ ਜਾ। ਕਾਰ ਵਾਲੇ ਨੂੰ ਜਲਦੀ ਆ ਮੈਂ ਦੂਸਰੀ ਕਾਰ ਵਾਲੇ ਤੋਂ ਅੱਗੇ ਲੰਘ ਜਾ। ਜਹਾਜ਼ ਤੋਂ ਉਤਰਦਾ ਹੈ, ਜਿਹੜਾ ਯਾਤਰੀ ਉਤਰਦਾ ਹੈ, ਕੋਈ ਸਵਾਰੀਆਂ ਉਤਰਦੀਆਂ ਨੇ, ਉਹਨਾਂ ਨੂੰ ਜਲਦੀ ਆ ਵੀ ਮੈਂ ਇਹਨਾਂ ਤੋਂ ਵੀ ਅੱਗੇ ਪਹੁੰਚ ਜਾ, ਭੱਜ ਕੇ ਮੈਂ ਜਿਹੜਾ ਵਾ ਮੈਨੂੰ ਪਹਿਲਾ ਸਥਾਨ ਮਿਲ ਜੇ। ਅਗਰ ਰਾਸ਼ਨ ਲੈਣ ਜਾਂਦੇ ਡਿਪੂ ਤੇ ਉੱਥੇ ਸਾਨੂੰ ਬੜੀ ਕਾਹਲ ਹੁੰਦੀ ਵੀ ਪਹਿਲਾਂ ਮੈਨੂੰ ਮਿਲ ਜਾ। ਹਰ ਜਗ੍ਹਾ ਤੇ ਜਾਂਦੇ ਸਾਨੂੰ ਕਾਹਲ ਮੱਚੀ ਹੋਈ ਆ। ਸਾਡੀ ਸਾਰੀ ਜਲਦਬਾਜ਼ੀ, ਸਾਡੀ ਸਾਰੀ ਕਾਹਲ ਜਿਹੜੀ ਆ ਉਦੋਂ ਖਤਮ ਹੋ ਜਾਏਗੀ ਜਦੋਂ ਅਸੀਂ ਪਰਮੇਸ਼ਵਰ ਦੇ ਵਿਸ਼ਰਾਮ ਦੇ ਵਿੱਚ ਆ ਜਾਵਾਂਗੇ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੀ ਰੱਖਿਆ ਕਰੇ। ਆਮੀਨ।